ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਣ ਕਰ ਸ੍ਰੀ ਗੁਰਬਚਨ ਰਸਾਲਾ। ਮਹਿਮਾ ਨਾਮ ਮੁਕਤ ਜਨ ਮਾਲਾ। ਔਰ ਪਹਿਰਾਏ ਪਰਮ ਭਾ ਪ੍ਰੇਮਾ। ਸਿਮਰਨ ਲਿਵ ਲਗ ਮਗ ਜੋ ਖੇਮਾ। ਸੁਣ ਕਰ ਸ੍ਰੀ ਗੁਰਬਚਨ ਰਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਸੰਗਤਾਂ ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ, ਜੋ ਆਪਾਂ ਰੋਜ਼ਾਨਾ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਆ ਰਹੇ ਹੁਣ ਉਸ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਸ਼ਿਵਨਾਬ ਰਾਜੇ ਦੇ ਬਾਗ ਵਿੱਚ ਆ ਗਏ ਅਤੇ ਜਾ ਕੇ ਬਾਗ ਦੇ ਵਾਲੀ ਨੇ ਸਭ ਤਰ੍ਹਾਂ ਦੱਸਿਆ ਖੋਲ੍ਹ ਕੇ। ਫਿਰ ਮੰਤਰੀ ਨੂੰ ਭੇਜਿਆ ਹੈ ਰਾਜੇ ਨੇ ਪਰਸਰਾਮ ਨੂੰ ਕਿ ਤੂੰ ਚਲਿਆ ਜਾ, ਪਰਖ ਕਰ ਜਾ ਕੇ ਵੀ ਉਹ ਗੁਰੂ ਨਾਨਕ ਸਾਹਿਬ ਹੈ ਜਾਂ ਹੋਰ ਕੋਈ ਸੰਤ ਹੈ, ਉਹਨਾਂ ਦੀ ਤੂੰ ਖਬਰ ਸਾਰ ਚੰਗੀ ਤਰ੍ਹਾਂ ਲੈ ਕੇ ਆ। ਇਹ ਰਾਜਾ ਪਰਸਰਾਮ ਜੋ ਮੰਤਰੀ ਹੈ ਆ ਗਿਆ ਹੈ। ਸੋਹਣੇ ਸੋਹਣੇ ਭੋਜਨ ਤਿਆਰ ਕਰਵਾ ਕੇ ਜਦੋਂ ਭੋਜਨ ਲੈ ਕੇ ਆਇਆ ਮਹਾਰਾਜ ਜੀ ਪਾਸ ਮੱਥਾ ਟੇਕਿਆ, ਕਹਿੰਦਾ ਵੀ ਮਹਾਰਾਜ ਸੰਤ ਜੀ ਭੋਜਨ ਲੈ ਕੇ ਆ, ਰਾਜ ਨੇ ਭੇਜੇ ਹੋਏ ਹੈ, ਆਪ ਇਹਨਾਂ ਭੋਜਨਾਂ ਨੂੰ ਛਕਣਾ ਕਰੋ। ਗੁਰੂ ਸਾਹਿਬ ਜੀ ਇਹਦੇ ਭੋਜਨਾਂ ਵੱਲ ਵੇਖ ਕੇ ਬਚਨ ਕੀਤੇ ਆ ਵੀ ਇਹ ਜਿਹੜੇ ਭੋਜਨ ਹਨ ਇਹਨਾਂ ਦੇ ਸਵਾਦ ਅਨੇਕਾਂ ਹੈ,
ਜੋ ਜ਼ਹਿਰ ਦੀ ਨਿਆਈ ਹਨ, ਪਰ ਇਹ ਮਨੁੱਖ ਉਹਨਾਂ ਨੂੰ ਮਿੱਠੇ ਸਮਝ ਕੇ ਚੱਖਦਾ ਹੈ। ਪਰ ਜਿਨ੍ਹਾਂ ਦੇ ਪਰਮੇਸ਼ਰ ਕਿਰਪਾ ਕਰ ਦਿੰਦਾ, ਆਪਣਾ ਹੱਥ ਦੇ ਕੇ ਰੱਖ ਲੈਂਦਾ, ਉਹ ਇਹ ਰਸਕਸ, ਸ਼ਰਾਬਾਂ, ਕਬਾਬਾਂ, ਹੋਰ ਦੁਨਿਆਵੀ ਪਦਾਰਥ ਦੇ ਰਸ ਨਹੀਂ ਲੈਂਦੇ ਹੈ। ਉਹ ਤੇ ਜੋ ਪਰਮੇਸ਼ਰ ਦਾ ਨਾਮ ਮਹਾਰਸ ਮਿੱਠਾ ਹੈ, ਉਸ ਨੂੰ ਚੱਖਦੇ ਹੈ, ਜਿਹਦੇ ਕਰਕੇ ਕੋਈ ਵਿਗਾੜ ਨਹੀਂ ਹੁੰਦਾ, ਨਾ ਸਰੀਰ ਕਰਕੇ, ਨਾ ਮਨ ਕਰਕੇ, ਨਾ ਬਾਣੀ ਕਰਕੇ। ਇਹ ਵਾਪਸ ਆ ਗਿਆ। ਰਾਜੇ ਨੂੰ ਕਿਹਾ ਵੀ ਉਹ ਭੋਜਨ ਦੀ ਗ੍ਰਹਿਣ ਕਰਦੇ ਹੈ। ਰਾਜਾ ਕਹਿੰਦਾ ਵੀ ਨਹੀਂ ਗ੍ਰਹਿਣ ਕਰਦੇ, ਤੂੰ ਇੰਜ ਕਰ, ਆ ਜਿਹੜੀਆਂ ਸੁੰਦਰ ਸੁੰਦਰ ਇਸਤਰੀਆਂ ਤੂੰ ਲੈ ਕੇ ਚਲਿਆ ਜਾ, ਇਹਨਾਂ ਨੂੰ ਪਰਖ, ਕਿਉਂਕਿ ਸਾਰੇ ਜਿਹੜੇ ਪਹਿਲੇ ਫਕੀਰ ਆਏ ਉਹ ਸਭ ਤਰ੍ਹਾਂ ਨਾਲ ਹੀ ਫਸ ਗਏ ਹੈ। ਇਹਨਾਂ ਨੂੰ ਤੂੰ ਵੇਖ, ਇਹ ਫਸਦੇ ਕਿ ਨਹੀਂ ਫਸਦੇ। ਉਹ ਸੁੰਦਰ ਸੁੰਦਰ ਵੇਸਵਾ ਲੈ ਕੇ ਪਰਸਰਾਮ ਮੰਤਰੀ ਆ ਪਹੁੰਚਾ। ਕਹਿਣ ਲੱਗਾ, ਮਹਾਰਾਜ ਰਾਜੇ ਨੇ ਭੇਟਾ ਭੇਜੀ ਹੈ ਤੁਹਾਨੂੰ, ਇਹ ਤੁਸੀਂ ਪ੍ਰਵਾਨ ਕਰੋ, ਤੁਹਾਡਾ ਖੁਸ਼ ਕਰਨ ਵਾਸਤੇ ਭੇਜਿਆ ਹੈ। ਗੁਰੂ ਸਾਹਿਬ ਜੀ ਨੇ ਫਿਰ ਕਿਹਾ ਹੈ ਵੀ ਇਹ ਜਿਵੇਂ ਜ਼ਹਿਰ ਦੀਆਂ ਗੰਦਲਾਂ ਹੋਣ ਅਤੇ ਉਹ ਖੰਡ ਨਾਲ ਲਪੇਟ ਕੇ ਰੱਖੀਆਂ ਹੋਣ ਤਾਂ ਉਹ ਫਿਰ ਵੀ ਮੌਤ ਕਰਦੀਆਂ ਹੀ ਹੈ। ਇਸੇ ਤਰ੍ਹਾਂ ਇਹ ਵੇਸਵਾ ਦਾ ਜਿਹੜਾ ਸੰਗ ਹੈ, ਇਹ ਜੋ ਤੂੰ ਕੰਜਰੀਆਂ ਵੇਸਵਾ ਲੈ ਕੇ ਆਏ ਤੇ ਜ਼ਹਿਰ ਦੀਆਂ ਭਰੀਆਂ ਹੋਈਆਂ ਗੰਦਲਾਂ ਸਮਾਨ ਹੈ, ਸ਼ਿੰਗਾਰ ਰੂਪੀ ਖੰਡ ਨਾਲ ਲਵੇੜੀਆਂ ਹੋਈਆਂ ਹੈ। ਜਿਹੜਾ ਹੈ ਜੇ ਸੁੰਦਰ ਰੂਪਾਂ ਵਿੱਚ ਫਸ ਜਾਂਦਾ, ਉਹਨਾਂ ਦਾ ਜਨਮ ਵਿਗਾੜ ਦਿੰਦੀ ਹੈ। ਫਿਰ ਬੜਾ ਖੁਸ਼ ਹੋਇਆ ਮੰਤਰੀ, ਮੁੜ ਗਿਆ, ਚੰਗੀ ਤਰ੍ਹਾਂ ਖੋਲ੍ਹ ਕੇ ਜਾ ਕੇ ਦੱਸਿਆ ਵੀ ਨਾ ਉਹ ਭੋਜਨ ਛਕਦੇ ਹੈ, ਨਾ ਉਹ ਇਸਤਰੀਆਂ ਦਾ ਸੰਗ ਹੀ ਕਰਦੇ ਹੈ, ਮਹਾਨ ਸੰਤ ਛੂਣਾ ਨਹੀਂ ਚਾਹੁੰਦੇ ਹੈ। ਰਾਜਾ ਕਹਿਣ ਲੱਗਾ ਵੀ ਠੀਕ ਹੈ, ਤੂੰ ਇੰਝ ਕਰ, ਕੱਪੜੇ ਲੈ ਜਾ, ਸੋਹਣੇ ਸੋਹਣੇ ਗਹਿਣੇ ਲੈ ਜਾ, ਉਹਨਾਂ ਦਾ ਮਨ ਲਲਚਾ ਦੇ। ਇਹ ਕੱਪੜੇ ਗਹਿਣੇ ਲੈ ਕੇ ਵੀ ਆਇਆ, ਵੀ ਰਾਜੇ ਨੇ ਭੇਜਿਆ ਹੈ। ਮਹਾਰਾਜ ਜੀ ਨੇ ਕਿਹਾ ਵੀ ਜਿਹੜੇ ਕਾਇਆ ਕੱਪੜ ਕੂੜ ਹੈ, ਸਰੀਰ ਰੂਪੀ ਕੱਪੜਾ ਵੀ, ਉੱਤੇ ਪਾਉਣ ਵਾਲੇ ਕੱਪੜੇ ਵੀ ਸਭ ਕੂੜ ਹਨ, ਅਤੇ ਰਾਜਾ ਇਹਨਾਂ ਨੂੰ ਮੰਤਰੀ ਦੇ ਕੇ ਭੁੱਲ ਨਹੀਂ ਜਾਣਾ ਚਾਹੀਦਾ ਪਰਮੇਸ਼ਰ ਨੂੰ। ਸੋਨਾ ਚਾਂਦੀ ਮਾਲ ਧਨ ਸਾਰੇ ਨਰਕ ਦੇ ਜੜ ਹੈ ਜਿਹੜਾ ਇਹਨਾਂ ਵਿੱਚ ਫਸ ਜਾਂਦਾ ਹੈ। ਇਹ ਵੀ ਗ੍ਰਹਿਣ ਨਹੀਂ ਕੀਤੇ, ਵਾਪਸ ਆਇਆ, ਰਾਜੇ ਨੂੰ ਦੱਸਿਆ ਵੀ ਨਹੀਂ ਲੈਂਦੇ ਹੈ। ਫਿਰ ਰਾਜੇ ਨੂੰ ਕਿਹਾ ਵੀ ਤੂੰ ਹੀ ਚੱਲ, ਉਹਦੇ ਮਹਾਨ ਸੰਤ ਹੈ, ਆਪ ਹੀ ਜਾ ਕੇ ਪਰਖ ਲਾ, ਵੇਖ ਲਾ ਕੌਣ ਹੈ। ਜਦੋਂ ਇਹ ਆਇਆ ਹੈ, ਗੁਰੂ ਸਾਹਿਬ ਜੀ ਨੇ ਇਹਨੇ ਮੱਥਾ ਟੇਕਿਆ, ਦਰਸ਼ਨ ਕਰਕੇ ਇਹਨੂੰ ਬੜਾ ਚੈਨ ਹੋਇਆ ਹੈ। ਮਹਾਰਾਜ ਜੀ ਨੇ ਇਹਨੂੰ ਉਪਦੇਸ਼ ਕੀਤਾ ਵੀ ਰਾਜਾ ਤੇਰੀ ਮੱਤ ਬੜੀ, ਅਕਲ ਮੱਤ ਬੜੀ ਸ਼ਰਧਾ ਵਾਲੀ ਹੈ, ਤੂੰ ਦਾਸਾਂ ਦਾ ਦਾਸ ਹੋ ਜਾ, ਹਉਮੈ ਦਾ ਪਰਦਾ, ਭਰਮ ਦਾ ਪਰਦਾ ਦੂਰ ਕਰ ਦੇ, ਤੂੰ ਸੁੱਖ ਪਾਏਗਾ। ਇਹ ਰਾਜਾ ਬੜਾ ਪ੍ਰਸੰਨ ਹੋਇਆ, ਮੱਥਾ ਟੇਕ ਕੇ ਵਾਪਸ ਚਲਿਆ ਗਿਆ। ਭਰੋਸਾ ਯਕੀਨ ਅੰਦਰ ਅੰਦਰ ਹੋ ਰਿਹਾ ਹੈ। ਫਿਰ ਵੀ ਸੋਚਦਾ ਵੀ ਮੈਂ ਇੱਕ ਰਾਤ ਹੋਰ ਇਹਨਾਂ ਨੂੰ ਪਰਤਿਆਵਾਂਗਾ। ਸੋਹਣੀ ਜਾਤੀ ਦੀ ਜਿਹੜੀ ਪਦਮਨੀ ਜਾਤੀ ਦੀ ਇਸਤਰੀਆਂ ਹੈ, ਸੁੰਦਰ ਰੂਪ ਵਾਲੀਆਂ, 16 ਸ਼ਿੰਗਾਰ ਹੀ ਜਿਨ੍ਹਾਂ ਨੂੰ ਪਰਮੇਸ਼ਰ ਵੱਲੋਂ ਮਿਲੇ ਹੁੰਦੇ ਹੈ, ਉਹਨਾਂ ਨੂੰ ਕਿਹਾ ਇੱਕ ਮੁਖੀ ਨੂੰ ਵੀ ਤੂੰ ਆਪਣੀਆਂ ਸਹੇਲੀਆਂ ਸਖੀਆਂ ਲੈ ਕੇ ਚਲੇ ਜਾ, ਰਾਤ ਦੇ ਸਮੇਂ ਜਿਹੜੇ ਸਾਡੇ ਬਾਗ ਵਿੱਚ ਸੰਤ ਉਤਮ ਆਏ ਹੈ, ਉਹਨਾਂ ਨੂੰ ਤੂੰ ਉਹਨਾਂ ਦੇ ਅੰਦਰ ਮੰਦ ਵਾਸ਼ਨਾ ਪੈਦਾ ਕਰ। ਉਸੇ ਤਰ੍ਹਾਂ ਇਹਨਾਂ ਨੇ ਕੀਤਾ। ਆ ਕੇ ਸਤਿਗੁਰ ਜੀ ਦੇ ਕੋਲ ਮੱਥਾ ਟੇਕ ਕੇ ਬੈਠ ਗਈਆਂ, ਹਾਵ ਭਾਵ ਜੇ ਦਿਖਾਉਂਦੀਆਂ ਹੈ। ਗੁਰੂ ਸਾਹਿਬ ਜੀ ਨੂੰ ਜਿਹੜੇ ਮੁੱਠੀ ਛਾਪੀ ਚਰਨਾਂ ਦੀ ਕਰ ਲੱਗ ਪਈਆਂ, ਮੁੱਖੋਂ ਮੁਸਕਰਾਉਂਦੀਆਂ, ਸਾਰਾ ਵੀ ਗੁਰੂ ਸਾਹਿਬ ਜੀ ਦੇ ਮਨ ਵਿੱਚ ਮੰਦ ਵਾਸ਼ਨਾ ਪੈਦਾ ਹੋ ਜਾਏ। ਗੁਰੂ ਮਹਾਰਾਜ ਜੀ ਦੇ ਹੁਣ ਮੰਦ ਵਾਸ਼ਨਾ ਪੈਦਾ ਕਿੱਥੋਂ ਹੋਣੀ, ਜੋ ਸਭ ਦੀ ਨਾਸ ਕਰਦੇ ਹੈ। ਇਹ ਕਹਿੰਦੀਆਂ ਵੀ ਗੁਰੂ ਸਾਹਿਬ ਜੀ ਸਾਡੇ ਨਾਲ ਸੰਬੰਧ ਕਰੋ, ਸਾਡੀ ਦੇਹ ਸਫਲੀ ਕਰੋ। ਮਹਾਰਾਜ ਜੀ ਨੇ ਇਹ ਕਿਹਾ ਵੀ ਪਰਮੇਸ਼ਰ ਦਾ ਨਾਮ ਸਿਮਰੋ, ਤੁਸੀਂ ਨਾਮ ਸਿਮਰੋ, ਜਿਸ ਕਰਕੇ ਜੰਮਣ ਮਰਨ ਦੀ ਗੇੜੀ ਖਤਮ ਹੋ ਜਾਏਗੀ। ਐਵੇਂ ਨਾ ਆਪਣੀ ਉਮਰ ਵਿਕਾਰਾਂ ਵਿੱਚ ਬਤੀਤ ਕਰੋ।
ਇਹ ਗੋਬਿੰਦ ਪਰਮੇਸ਼ਰ ਨੂੰ ਮਿਲਦੀ ਵਾਰੀ ਹੈ, ਮਨੁੱਖਾ ਜਨਮ ਉਹ ਸਫਲਾ ਕਰੋ। ਫਿਰ ਕਿਹਾ ਹੈ ਪਦਮਨੀ ਜਾਤੀ ਇਸਤਰੀ ਨੇ, ਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਆਸਾ ਰਾਗ ਦੇ ਵਿੱਚ ਜੋ ਆਉਂਦਾ ਹੈ, ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤ ਧਾਰੀ। ਇਹ ਆਪਾਂ ਵਿਸਥਾਰ ਸਾਹਿਬ ਕਥਾ ਸਰਵਣ ਕੀਤੀ ਸੀ। 2 ਸ਼ਬਦ ਉਚਾਰਨ ਕੀਤੇ ਹੈ। ਜਦੋਂ ਕਿਹਾ ਵੀ ਗਾਛੋ ਪੁੱਤਰੀ ਰਾਜ ਕੁਆਰ, ਤੁਸੀਂ ਰਾਜਦਾਸੀਆਂ ਹੋ, ਸਾਡੀਆਂ ਪੁੱਤਰੀਆਂ ਸਮਾਨ ਹੋ, ਤੁਸੀਂ ਰਾਜੇ ਦੇ ਮਹਿਲਾਂ ਵਿੱਚ ਚਲੀਆਂ ਜਾਓ। ਇਹ ਕਹਿੰਦੀਆਂ ਵੀ ਮਹਾਰਾਜ ਸਾਰੇ ਜਿਹੜੇ ਲੋਕ ਇਸ ਸੰਸਾਰ ਦੇ ਵਿਸ਼ਿਆਂ ਵਿੱਚ ਫਸੇ ਹੋਏ, ਤੁਸੀਂ ਕਿਉਂ ਨਹੀਂ ਫਸ ਰਹੇ? ਤੁਹਾਡੇ ਮਨ 'ਤੇ ਕਿਉਂ ਨਹੀਂ ਅਸਰ ਹੈ? ਫਿਰ ਗੁਰੂ ਸਾਹਿਬ ਜੀ ਨੇ ਉਹ ਸ਼ਬਦ ਉਚਾਰਨ ਕੀਤਾ, ਜਗ ਕਊਆ ਨਾਮ ਨਹੀਂ ਚੀਤ। ਜਿਵੇਂ ਕਾਂ ਵਿਸ਼ਟਾ ਵਿੱਚ ਚੁੰਝਾਂ ਮਾਰਦਾ ਹੈ, ਇਵੇਂ ਸੰਸਾਰ ਕਊਏ ਦੇ ਸਮਾਨ ਹੋ ਰਿਹਾ। ਵਿਸ਼ਿਆਂ ਰੂਪੀ ਵਿਸ਼ਟਾ ਵਿੱਚ ਚੁੰਝਾਂ ਮਾਰ ਕੇ ਖਾ ਰਿਹਾ ਹੈ। ਨਾਮ ਚਿੱਤ ਵਿੱਚ ਨਹੀਂ ਹੈ, ਪਰਮੇਸ਼ਰ ਦੇ ਨਾਮ ਨੂੰ ਭੁਲਾਇਆ ਹੋਇਆ ਹੈ। ਵਿਸ਼ਿਆਂ ਦੀ ਜਿਹੜੀ ਚੋਗ ਹੈ, ਚੋਗੇ ਨੂੰ ਦੇਖ ਕੇ ਗਿਰ ਜਾਂਦਾ ਹੈ ਅਤੇ ਇਹਦਾ ਮਨ ਅਨਿੱਤ ਪਦਾਰਥਾਂ ਨੂੰ ਵੇਖ ਕੇ ਮਨ ਅਤੇ ਚਿੱਤ ਡੋਲਦਾ ਹੈ। ਸਾਡੀ ਤਾਂ ਸੰਸਾਰ ਨਾਲੋਂ ਝੂਠੀ ਪ੍ਰੀਤ ਟੁੱਟੀ ਹੋਈ ਹੈ। ਜਿਹੜੇ ਕਾਮ ਕ੍ਰੋਧ ਬੱਜਰ ਭਾਰ, ਇਹ ਬੜੇ ਤਗੜੇ ਪੱਥਰ ਹੈ ਅਤੇ ਨਾਮ ਪਰਮੇਸ਼ਰ ਤੋਂ ਬਿਨਾਂ ਕਿਸ ਤਰ੍ਹਾਂ ਜਿਹੜੇ ਸ਼ੁਭ ਗੁਣ ਹੈ, ਚੰਗੇ ਗੁਣ ਪ੍ਰਾਪਤ ਹੋ ਸਕਦੇ, ਭਾਵ ਨਹੀਂ ਹੋ ਸਕਦੇ। ਤੁਸੀਂ ਇਹ ਚਲੇ ਜਾਓ, ਗਾਛੋ ਪੁੱਤਰੀ ਰਾਜ ਕੁਆਰ, ਰਾਜਦਾਸੀਆਂ ਹੋ, ਪੁੱਤਰੀ ਸਮਾਨ ਹੋ ਅਤੇ ਚਲੀਆਂ ਜਾਓ ਆਪਣੇ ਰਾਜੇ ਦੇ ਮਹਿਲਾਂ ਵਿੱਚ। ਇਹ ਫਿਰ ਸੁਣ ਕੇ ਉਪਦੇਸ਼ ਸਾਧ ਸੰਗਤ ਜੀ ਸਫਲ ਹੋ ਗਈਆਂ। ਮਹਾਰਾਜ ਜੀ ਨੇ ਜਿਵੇਂ ਇਹਨਾਂ ਨੂੰ ਉਪਦੇਸ਼ ਦੇ ਕੇ ਅਧਿਕਾਰੀ ਬਣਾ ਕੇ ਨਿਹਾਲ ਕੀਤਾ ਹੈ, ਉਹ ਸੱਚਖੰਡ ਦੇ ਵਾਸੀ ਬਣਾਇਆ ਹੈ। ਉਹ ਪ੍ਰਸੰਗ ਆਪਾਂ ਸਰਵਣ ਕੀਤਾ ਸੀ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੋਨਾ ਕਰ ਸ੍ਰੀ ਗੁਰਬਚਨ ਰਸਾਲਾ। ਮਹਾਰਾਜ ਜੀ ਨੇ ਜਦੋਂ ਇਹਨਾਂ ਨੂੰ ਇਹ ਉਪਦੇਸ਼ ਸੁਣਾਇਆ ਹੈ ਤੇ ਕਹਿੰਦੀਆਂ ਵੀ ਮਹਾਰਾਜ ਤੁਹਾਡਾ ਕਿਉਂ ਨਹੀਂ ਇਹ ਮਨ ਮੋਹਿਆ ਗਿਆ ਇਹਨਾਂ ਵਿਸ਼ਿਆਂ ਵਿੱਚ? ਤੇ ਗੁਰੂ ਸਾਹਿਬ ਜੀ ਨੇ ਕਿਹਾ ਮੋਹਣ ਮੋਹਿ ਲਿਆ ਮਨ ਮੇਰਾ। ਜਿਹੜਾ ਮੋਹਣ ਹੈ, ਮੋਹਣ ਮੋਹਿ ਲਿਆ ਮਨ ਮੋਹੇ। ਜਿਸ ਮੋਹਣ ਵਾਲੇ ਪਰਮੇਸ਼ਰ ਨੇ ਸਭ ਦੇ ਮਨਾਂ ਨੂੰ ਮੋਹਿਆ ਹੋਇਆ, ਉਹਨਾਂ ਨੇ ਸਾਡਾ ਮਨ ਮੋਹ ਲਿਆ ਹੈ। ਅਸਾਂ ਨੇ ਤੁਹਾਨੂੰ ਜਾਣ ਲਿਆ ਵੀ ਇਹਦੇ ਜ਼ਹਿਰ ਦੀਆਂ ਵਿਉਂ ਦੀਆਂ ਗੰਦਲਾਂ ਹੈ। ਤੇ ਹੇ ਪਰਮੇਸ਼ਰ, ਇਹ ਤੇਰੇ ਸੱਚਖੰਡ ਰੂਪੀ ਦੁਆਰ 'ਤੇ, ਸਾਧ ਸੰਗਤ ਰੂਪੀ ਦੁਆਰ 'ਤੇ ਖੜੀਆਂ ਚਾਹੁੰਦੀਆਂ। ਤੂੰ ਕਿਰਪਾ ਕਰ, ਨਾਮ ਦੇ ਦੁਆਰਾ ਸੰਤੋਖੇ ਕਹੀਏ ਹਟ ਜਾਣ, ਜਿਨ੍ਹਾਂ ਕਰਕੇ ਸੰਤੋਖ ਇਹਨਾਂ ਨੂੰ ਹੋ ਜਾਵੇ ਵਿਸ਼ਿਆਂ ਤੋਂ। ਐਸੀ ਕਿਰਪਾ ਧਾਰ। ਇਹ ਜਦੋਂ ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸੋਹਣੇ ਬਚਨ, ਮਹਿਮਾ ਨਾਮ ਮੁਕਤ ਜਨਮਾਲਾ। ਜਿਨ੍ਹਾਂ ਬਚਨਾਂ ਵਿੱਚ ਨਾਮ ਦੀ ਮਹਿਮਾ ਹੈ, ਮਾਨੋ ਮੋਤੀਆਂ ਦੀ ਮਾਲਾ ਹੀ ਬਖਸ਼ ਦਿੱਤੀ ਹੈ ਇਹਨਾਂ ਨੂੰ। ਔਰ ਪਹਿਰਾਏ ਪਰਮ ਭਾ ਪ੍ਰੇਮਾ। ਬਹੁਤ ਪ੍ਰੇਮ ਪੈਦਾ ਹੋ ਗਿਆ ਹੈ। ਇਹ ਹਿਰਦੇ ਰੂਪੀ ਕੰਠ ਦੇ ਵਿੱਚ ਮਨ ਨਾਮ ਦੀ ਮਹਿਮਾ ਰੂਪੀ ਮੋਤੀਆਂ ਦੀ ਮਾਲਾ ਪਾ ਕੇ। ਸਿਮਰਨ ਲਿਵ ਲਗ ਮਗ ਜੋ ਖੇਮਾ। ਜੋ ਕਲਿਆਣ ਮੁਕਤੀ ਦਾ ਰਸਤਾ ਹੈ, ਸਿਮਰਨ ਉਹਦੇ ਵਿੱਚ ਲਿਵ ਲੱਗ ਗਈ ਹੈ, ਮਨ ਦੀ ਬਿਰਤੀ ਟਿਕ ਗਈ ਹੈ ਇਹਨਾਂ ਦੀ। ਜੋ ਬਿਰਕਟਾ ਜਾਚਤ ਕੀਰਾ। ਜੋ ਬਿਰਟਕਾ ਜਾਚਤ ਹੀਰਾ। ਜਿਉਂ ਵਿਰਾਟਕਾ ਜਾਚਿਤ ਕੀਰਾ। ਜਿਵੇਂ ਕੋਈ ਕੰਗਾਲ ਹੋਵੇ, ਉਹ ਕੌਡੀ ਕੌਡੀ ਮੰਗਦਾ ਫਿਰੇ। ਹੋਏ ਅਚਾਨਕ ਪ੍ਰਾਪਤ ਹੀਰਾ। ਉਹ ਮੰਗਦੇ ਨੂੰ ਅਚਾਨਕ ਹੀ
ਪ੍ਰਾਪਤ ਹੀਰਾ ਹੋ ਜਾਵੇ, ਮਿਲ ਜਾਵੇ, ਜਿਵੇਂ ਉਹ ਖੁਸ਼ ਹੋ ਜਾਂਦਾ ਹੈ। ਤਿਉ ਆਨੰਦ ਭਾ ਵਰਨ ਨਾ ਜਾਈ। ਤਿਵੇਂ ਇਹਨਾਂ ਨੂੰ ਪਰਮੇਸ਼ਰ ਦੇ ਨਾਮ ਰੂਪੀ ਹੀਰਾ ਪ੍ਰਾਪਤ ਹੋ ਗਿਆ ਤੇ ਜਦੋਂ ਨਾਮ ਰੂਪੀ ਹੀਰਾ ਪ੍ਰਾਪਤ ਹੋਇਆ, ਉਹਦਾ ਜੋ ਇਹਨਾਂ ਨੂੰ ਆਨੰਦ ਹੋ ਗਿਆ ਹੈ, ਉਹ ਤੇ ਕਿਹਾ ਨਹੀਂ ਜਾ ਸਕਦਾ। ਵਿਖੇ ਵਾਸ਼ਨਾ ਅਗਨ ਬੁਝਾਈ। ਵਿਸ਼ੇ ਵਾਸ਼ਨਾ, ਜੋ ਮੰਦ ਵਾਸ਼ਨਾ ਦੀ ਅਗਨੀ ਅੱਗ ਹੈ, ਉਹ ਬੁਝਾਈ ਦਿੱਤੀ ਸਤਿਗੁਰੂ ਜੀ ਨੇ। ਚਰਨ ਸੇਵ ਕੀਨੀ ਸਭ ਜਮਨਾ। ਇਹਨਾਂ ਸਾਰਿਆਂ ਨੇ ਮਿਲ ਕੇ ਸਾਰੀ ਜਿਹੜੀ ਰਾਤ ਹੈ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਮਿਹਰ ਦ੍ਰਿਸ਼ਟ ਤੇ ਉਦਰੀ ਕਾਮਨਾ। ਇਹ ਇਸਤਰੀਆਂ ਸਾਰੀਆਂ ਦੀਆਂ ਸਾਰੀਆਂ ਹੀ ਮਹਾਰਾਜ ਜੀ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਉਧਰ ਗਈਆਂ, ਉਧਾਰ ਹੋ ਗਿਆ ਹੈ। ਹੋਰ ਭਾਈ ਜਹਾਂ ਥੋ ਅਵਨੀ ਪਾ। ਜਦੋਂ ਸਵੇਰ ਹੋਈ ਹੈ, ਜਿੱਥੇ ਰਾਜਾ ਸ਼ਿਵਨਾਭ ਆਪਣੇ ਮਹਿਲਾਂ ਵਿੱਚ ਹੈ ਸੀ, ਪਹੁੰਚੀ ਤਾਂ ਕੇ ਜਾਏ ਸਮੀਪਾ। ਇਹ ਸਾਰੀਆਂ ਚੱਲ ਕਰਕੇ ਉਹ ਰਾਜੇ ਦੇ ਮਹਿਲਾਂ ਵਿੱਚ ਜਾ ਪਹੁੰਚੀਆਂ ਹੈ। ਰੇਪਤ ਬਿਲੋਕਤ ਬਚਨ ਬਖਾਨਾ। ਰਾਜਾ ਇਹਨਾਂ ਸਾਰਿਆਂ ਨੂੰ ਆਉਂਦਿਆਂ ਹੋਇਆਂ ਵੇਖ ਕੇ ਬਚਨ ਕਿਹਾ, ਕਹੋ ਸੰਤ ਨਿਸ ਕਸ ਪਹਿਚਾਨਾ। ਕਹਿਣ ਲੱਗਾ ਵੀ ਦੱਸੋ, ਜੋ ਸੰਤ ਆਪਣੇ ਬਾਗ ਵਿੱਚ ਆਏ ਹੈ, ਰਾਤ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਪਹਿਚਾਣਿਆ, ਸਮਝਿਆ, ਜਾਣਿਆ ਹੈ? ਕਾਮਾ ਤੁਰ ਕਰ ਜਿਤਿਓ ਕੇ ਨਾਹੀ। ਇਹ ਕਾਮ ਦੇ ਨਾਲ ਦੁਖੀ ਕਰਕੇ, ਵਿਆਪਕਲ ਕਰਕੇ ਉਹਨਾਂ ਨੂੰ ਤੁਸੀਂ ਜਿੱਤਿਆ ਹੋਇਆ ਕਿ ਨਹੀਂ? ਜਸ ਬੀਤੀ ਤਸ ਕਹੋ ਮੁਝ ਪਾਹੀ। ਵੀ ਉਹਨਾਂ ਨੂੰ ਤੁਸਾਂ ਨੇ ਜਿੱਤ ਲਿਆ ਹੈ ਜਾ ਕੇ ਕਿ ਨਹੀਂ ਜਿੱਤਿਆ ਹੈ? ਜਿਸ ਤਰ੍ਹਾਂ ਉੱਥੇ ਗੱਲਬਾਤ ਸਾਰੀ ਬੀਤੀ ਲੰਘੀ ਹੈ ਰਾਤ, ਉਹ ਸਾਰੀ ਮੇਰੇ ਪਾਸ ਕਹੋ। ਸਰਬ ਅੰਗਨਾ ਮੈਂ ਜੋ ਪ੍ਰਧਾਨਾ। ਸਾਰਿਆਂ ਅੰਗਾਂ ਇਸਤਰੀਆਂ ਦੇ ਵਿੱਚ ਜੋ ਪ੍ਰਧਾਨ ਪਦਮਣੀ ਜਾਤੀ ਦੀ ਮੁੱਖ ਇਸਤਰੀ ਹੈ ਸੀ, ਸੋ ਬੋਲੀ ਸੁਣੀਏ ਰਾਜਾਨਾ। ਉਹ ਬੋਲੀ ਹੈ ਵੀ ਰਾਜਾ ਜੀ ਸਾਡਾ ਬਚਨ ਧਿਆਨ ਦੇ ਕੇ ਸੁਣੀਏ। ਪੂਰਬ ਬਹੁ ਫਕੀਰਾ ਜੇ ਆਏ। ਜੋ ਇਹਨਾਂ ਤੋਂ ਪਹਿਲਾਂ ਬਹੁਤ ਮੁਸਲਮਾਨਾਂ ਦੇ, ਤੁਰਕਾਂ ਦੇ ਪੀਰ ਵੀ ਤੇ ਹਿੰਦੂਆਂ ਦੇ ਪੀਰ ਫਕੀਰ ਵੀ ਆਏ ਸੀ। ਦੇਖ ਰੂਪ ਤੀ ਸਭੈ ਲੁਭਾਏ। ਉਹ ਤੇ ਸਾਰੇ ਇਸਤਰੀਆਂ ਦਾ ਰੂਪ ਦੇਖ ਕੇ ਲੱਡੂ ਹੋ ਜਾਂਦੇ ਸਨ, ਲੁਭਾਏਮਾਨ ਹੋ ਜਾਂਦੇ ਸੀ। ਇਨ ਸੋ ਹਾਵ ਭਾਵ ਮੈਂ ਕੀਨੇ। ਮੈਂ ਤੇ ਇਹਨਾਂ ਦੇ ਅੱਗੇ ਬਹੁਤ ਹਾਵ ਭਾਵ ਕੀਤੇ ਹੈ, ਮੁਸਕਰਾਉਣਾ ਕੀਤਾ ਹੈ, ਅੱਖਾਂ ਨਾਲ ਵੀ ਟੇਢਾ ਕਟਾਕਸ਼ ਨਾਲ ਦੇਖਣਾ ਕੀਤਾ ਹੈ। ਜਿਨ ਬਿਲੋਕ ਮਨ ਤਪੀ ਪੁਲੀਨੇ। ਆ ਜਿਨ੍ਹਾਂ ਨੂੰ ਦੇਖ ਕੇ ਵੱਡੇ ਵੱਡੇ ਮੁਨੀ ਤੇ ਵੱਡੇ ਵੱਡੇ ਤਪੀ, ਤਪ ਕਰਨ ਵਾਲੇ ਤਪੀ ਵੀ ਭੁੱਲ ਜਾਂਦੇ ਸਨ ਆਪਣੇ ਰਸਤੇ ਤੋਂ। ਇਹਨਾਂ ਕੇ ਤਨ ਕੋ ਤਨਕ ਨਾ ਪਰਸੇ। ਇਹਨਾਂ ਦੇ ਸਰੀਰ ਨੂੰ ਤੇ ਥੋੜਾ ਮਾਤਰ ਵੀ ਛੋਇਆ ਹੀ ਨਹੀਂ ਹੈ ਕਾਮ, ਥੋੜਾ ਮਾਤਰ ਵੀ ਸਾਡੇ ਹਾਵ ਭਾਵ ਛੋਏ ਨਹੀਂ ਹਨ। ਰਹੇ ਅਡੋਲ ਸੇ ਕੰਚਨ ਗਿਰ ਸੇ। ਇਹ ਤੇ ਅਡੋਲ ਹੀ ਰਹੇ, ਜਿਸ ਤਰ੍ਹਾਂ ਸੋਨੇ ਦਾ ਪਹਾੜ ਸੁਮੇਰ ਪਰਬਤ ਹੈ ਅਡੋਲ, ਇਸੇ ਤਰ੍ਹਾਂ ਹੀ ਬਹੁਤ ਕਾਮ ਵਾਸ਼ਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਕਾਮ ਵਾਸ਼ਨਾ ਰੂਪੀ ਜਿਹੜੀ ਹਵਾ ਹੈ, ਉਹਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੁਮੇਰ ਪਰਬਤ ਵਾਂਗ ਡੋਲੇ ਨਹੀਂ ਹਨ। ਕਿਰਪਾ ਦ੍ਰਿਸ਼ਟ ਪੁਨ ਹਮ ਪਰ ਕੀਨੀ। ਸਗੋਂ ਉਹਨਾਂ ਨੇ ਤੇ ਕਿਰਪਾ ਦ੍ਰਿਸ਼ਟੀ ਸਾਡੇ ਉੱਪਰ ਕੀਤੀ। ਹਰ ਸਿਮਰਨ ਕੇ ਰਸ ਮਤ ਪੀਨੀ। ਤੇ ਸਾਡੀ ਵੀ ਜਿਹੜੀ ਮਤ, ਅਕਲ ਮਤ ਹੈ, ਬੁੱਧੀ ਹੈ, ਹਰੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਹੀ ਭਿੱਜ ਗਈ ਹੈ, ਲੀਨ ਹੋ ਗਈ ਹੈ। ਇਹ ਤੋ ਪੂਰਨ ਪੁਰਖ ਕਿਰਪਾਲਾ। ਰਾਜਾ ਇਹ ਤੇ ਕੋਈ ਪੂਰਨ ਪੁਰਖ ਦਿਆਲੂ ਕਿਰਪਾਲੂ ਹੀ ਹਨ। ਜਿਸ ਕੋ ਦਰਸ਼ਨਾ ਕਰਤ ਨਿਹਾਲਾ। ਜਿਸ ਸੰਤ ਇਹ ਮਹਾਂਪੁਰਸ਼ਾਂ ਦਾ ਦਰਸ਼ਨ ਨਿਹਾਲ ਕਰ ਰਿਹਾ ਹੈ,
ਦਰਸ਼ਨ ਕਰਦਿਆਂ ਹੀ ਸੁੱਧ ਬੁੱਧ ਭੁੱਲ ਜਾਂਦੀ ਹੈ। ਪੂਰਬ ਜਨਮ ਕਰਮ ਹਮ ਜਾਗੇ। ਅਸੀਂ ਤੇ ਇਹੀ ਸਮਝਦੀਆਂ ਵੀ ਸਾਡੇ ਕੋਈ ਪੂਰਬਲੇ ਪਿਛਲੇ ਜਿਹੜੇ ਕੀਤੇ ਹੋਏ ਕਰਮ ਚੰਗੇ ਹੈ ਉਹੀ ਇਸ ਜਨਮ ਵਿੱਚ ਜਾਗੇ ਹੈ। ਤੋ ਪਰਸੋਤਮ ਸੇਵਾ ਲਾਗੇ। ਤਾਂ ਹੀ ਤਹੀਂ ਜੋ ਪੁਰਸ਼ਾਂ ਤੋਂ ਉੱਤਮ ਭਾਵ ਮਹਾਨ ਪੁਰਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੀ ਸੇਵਾ ਵਿੱਚ ਲੱਗੀਆਂ ਹਾਂ। ਸਰਬ ਰਹਿਨ ਦੇ ਕਰ ਉਪਦੇਸ਼ਾ। ਉਹ ਤੇ ਰਾਤ ਸਾਰੀ ਜਿਹੜੇ ਬਰਾਜੇ ਨਹੀਂ ਹੈ ਸੁੱਤੇ ਹੀ ਨਹੀਂ ਹੈ, ਰਾਤ ਸਾਰੇ ਸਾਨੂੰ ਉਪਦੇਸ਼ ਦੇ ਦੇ ਕੇ ਜਿਉ ਕਿਰਤਾਰਥ ਸੁਣਹੁ ਨਰੇਸ਼ਾ। ਰਾਜਾ ਸ਼ਿਵਨਾਭ ਸੁਣੋ ਸਾਡੇ ਪਾਸੋਂ, ਸਾਨੂੰ ਤੇ ਉਹਨਾਂ ਨੇ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ ਹੈ, ਸਫਲ ਕਰ ਦਿੱਤਾ ਸਾਡਾ ਜਨਮ। ਵਿਸ਼ੇ ਭੋਗ ਵਿਸਟਾ ਕੀ ਨਿਆਈ। ਜਿਹੜੇ ਆ ਵਿਸ਼ੇ ਭੋਗ ਹੈ ਕਾਮ, ਹੋਰ ਰਸਨਾ ਦੇ ਭੋਗ ਹੈ, ਇੰਦਰੀਆਂ ਦੇ ਭੋਗ ਹੈ ਵਿਸ਼ੇ। ਇਹ ਵਿਸ਼ੇ ਭੋਗ ਹੁਣ ਤੇ ਸਾਨੂੰ ਜਿਵੇਂ ਕਿਸੇ ਮਨੁੱਖ ਨੇ ਉਛਾਲੀ ਕੀਤੀ ਹੋਵੇ ਜਾਂ ਗੰਦਗੀ ਹੈ ਵਿਸ਼ਟਾ ਉਹਦੀ ਨਿਆਈ ਦਿਸ ਰਹੇ ਹੈ। ਦੁਰਗੰਧਤ ਸੋ ਹਮੈ ਨਾ ਭਾਈ। ਜਿਵੇਂ ਆ ਦੁਰਗੰਧੀ ਨਹੀਂ ਨਾ ਨੱਕ ਨੂੰ ਭਾਉਂਦੀ, ਚੰਗੀ ਨਹੀਂ ਲੱਗਦੀ ਹੈ, ਮਨੁੱਖ ਨੱਕ ਘੁੱਟਦਾ ਦੁਰਗੰਧੀ ਵੇਖ ਸੁੰਘ ਕੇ, ਐਵੇਂ ਸਾਨੂੰ ਭਾ ਨਹੀਂ ਰਹੇ, ਵਿਸ਼ੇ ਚੰਗੇ ਨਹੀਂ ਲੱਗ ਰਹੇ ਹੁਣ। ਹਿਰਦੇ ਸਾਤ ਪ੍ਰਾਪਤ ਸਭ ਭਾਂਤੀ। ਸਭ ਤਰ੍ਹਾਂ ਨਾਲ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਹੋ ਗਈ ਹੈ। ਸੁਨਤ ਬਚਨਾ ਪੀ ਸੀਤਲ ਛਾਤੀ। ਉਹਨਾਂ ਦਾ ਬਚਨ ਸੁਣ ਕੇ ਸਾਡੀ ਤੇ ਜਿਹੜਾ ਹਿਰਦਾ ਹੈ, ਮਨ ਬੁੱਧ ਚਿੱਤ ਅਹੰਕਾਰ ਸਭ ਸ਼ਾਂਤੀ ਹੋ ਗਿਆ ਹੈ। ਕਾਟ ਨਰਕ ਤੇ ਸੁਰਗ ਪਚਾਏ। ਸਾਡੇ ਤੇ ਸੀਨਿਆਂ ਵਿੱਚ ਠੰਡ ਪੈ ਗਈ ਹੈ। ਰਾਜਾ ਕੀ ਦਸੀਏ ਵੀ ਅਸੀਂ ਤੇ ਨਰਕ ਵਿੱਚ ਡਿੱਗੀਆਂ ਹੋਈਆਂ ਸਾਂ, ਨਰਕ ਵਿੱਚੋਂ ਕੱਢ ਕੇ ਸਾਨੂੰ ਤੇ ਸਵਰਗ ਵਿੱਚ ਹੀ ਪਹੁੰਚਾ ਦਿੱਤਾ ਹੈ। ਐਸੋ ਸੰਤ ਪਿਖਿਓ ਨਿਸ ਜਾਏ। ਐਸਾ ਜਿਹੜਾ ਸੰਤ ਹੈ, ਐਸੇ ਮਹਾਨ ਉਹ ਜੋ ਸੰਤ ਮਹਾਂਪੁਰਸ਼ ਤੁਹਾਡੇ ਬਾਗ ਵਿੱਚ ਆਏ ਹੈ, ਅਸੀਂ ਉਹ ਰਾਤ ਜਾ ਕੇ ਦੇਖੇ ਹੈ। ਸੁਨਤ ਭੂਪ ਮਨ ਮਹਿ ਹਰ ਖਾਨਾ। ਸੁਣ ਕੇ ਸ਼ਿਵਨਾਭ ਰਾਜਾ ਤੇ ਬਹੁਤ ਖੁਸ਼ ਹੋਇਆ ਹੈ। ਇਹ ਸ੍ਰੀ ਨਾਨਕ ਗਤ ਦਾਨਾ। ਮਾਨੇ ਮਨ ਚ ਵਿਚਾਰਦਾ ਵੀ ਇਹ ਜ਼ਰੂਰ ਮੈਨੂੰ ਤੇ ਲੱਗਦਾ ਹੈ ਵੀ ਸ੍ਰੀ ਗੁਰੂ ਨਾਨਕ ਦੇਵ ਮੁਕਤੀ ਦਾਇਕ ਹੀ ਸ਼ਾਇਦ ਹੋਣੇ ਹੈ ਇਹ। ਕਲੀ ਕਾਲ ਕੀ ਪ੍ਰਬਲ ਬਚਾਲੀ। ਕਿਉਂਕਿ ਕਲਯੁਗ ਦੇ ਸਮੇਂ ਦੀ ਜਿਹੜੀ ਖੋਟੀ ਚਾਲ ਖੋਟੀ ਰੀਤੀ ਹੈ ਬੜੀ ਬਲ ਵਾਲੀ ਹੈ। ਕਲਯੁਗ ਦਾ ਜਿਹੜਾ ਸਮਾਂ ਬਹੁਤ ਬਲ ਵਾਲਾ ਖੋਟੀ ਰੀਤੀ ਚਾਲੀ ਵਾਲਾ ਹੈ। ਜਤ ਸਤ ਤੇ ਕੀ ਨਰ ਸਭ ਖਾਲੀ। ਜਿਸ ਇਹ ਕਲਯੁਗ ਦੇ ਸਮੇਂ ਨੇ ਖੋਟੀ ਚਾਲ ਨੇ ਜਿਹੜਾ ਕੋਈ ਜਤ ਰੱਖਣਾ, ਬ੍ਰਹਮਚਾਰੀ ਰਹਿਣਾ, ਸਤ ਪਰਦਗੀ ਰਹਿਣਾ, ਉਹ ਤੇ ਖਾਲੀ ਕਰ ਦਿੱਤਾ ਸਾਰੇ ਮਨੁੱਖਾਂ ਨੂੰ। ਜਤ ਸਤ ਤੇ ਕਿਤੇ ਦੂਰ ਹੀ ਰਹਿ ਗਿਆ, ਸਰਬ ਧਰਮ ਕਾ ਡੇਰਾ ਦੂਰੀ ਹੋਇਆ ਪਿਆ ਸਭ ਦਾ। ਬਿਨ ਸ਼੍ਰੀ ਨਾਨਕ ਕੋਈ ਨਾ ਪੂਰਨਾ। ਬਸ ਇੱਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਿਨਾਂ ਤੇ ਕੋਈ ਪੂਰਨ ਮਹਾਨ ਸੂਰਾ ਤੇ ਹੈ ਹੀ ਨਹੀਂ ਬਲੀ। ਅਸ ਵਿਚਾਰ ਗਮਨਿਓ ਪੁਨ ਤੂਰਨਾ। ਇਸ ਤਰ੍ਹਾਂ ਵਿਚਾਰ ਕਰਕੇ ਰਾਜਾ ਸ਼ਿਵਨਾਭ ਦੇ ਬੜੀ ਛੇਤੀ ਚੱਲ ਪਿਆ ਬਾਗ ਵੱਲ ਨੂੰ। ਪੱਗ ਨੰਗੇ ਕਰ ਪ੍ਰੇਮ ਸੋ ਗਾਢੇ। ਆਪਣੇ ਜਿਹੜੇ ਚਰਨ ਪੈਰ ਉਹਨਾਂ ਨੂੰ ਨੰਗੇ ਕਰਕੇ ਜੁੱਤੀ ਪਾ ਕੇ ਨਹੀਂ ਗਿਆ ਵੀ ਮੈਂ ਰਾਜਾ ਘੋੜੇ ਤੇ ਚੜ੍ਹ ਕੇ ਜਾਵਾਂ, ਕਿਉਂਕਿ ਜਿੰਨਾ ਲੈਣਾ ਹੁੰਦਾ ਉਹ ਸ਼ਰਧਾ ਪ੍ਰੇਮ ਨਾਲ ਹੀ ਜਾਂਦੇ, ਉਹ ਸੱਜ ਧੱਜ ਕੇ ਨਹੀਂ ਜਾਂਦੇ, ਬਣ ਠਣ ਕੇ ਨਹੀਂ ਹੋ ਜਾਂਦੇ। ਇਹ ਜੋ ਪਰਮੇਸ਼ਰ ਨੇ ਲਿਬਾਸ ਦਿੱਤਾ ਸਿੱਧਾ ਸਾਦਾ ਬਣਾ ਕੇ ਜਾਂਦੇ ਹੈ। ਇਹ ਰਾਜਾ ਹੈ, ਘੋੜੇ ਤੇ ਵੀ ਜਾ ਸਕਦਾ, ਜੁੱਤੀ ਪਾ ਕੇ ਵੀ ਜਾ ਸਕਦਾ ਹੈ, ਪਰ ਨਹੀਂ, ਜਿਨ੍ਹਾਂ ਅੰਦਰ ਪ੍ਰੇਮ ਹੈ ਉਹ ਗੁਰੂ ਮਹਾਰਾਜ ਅੱਗੇ ਝੁੱਕੇ ਜਾਂਦੇ ਹੈ। ਨੰਗੇ ਚਰਨੀ ਹੋ ਕਰਕੇ ਗਿਆ ਹੈ, ਜਿਹਦੇ ਅੰਦਰ ਬਹੁਤ ਪ੍ਰੇਮ ਗਾੜਾ ਹੀ ਸੰਘਣਾ ਹੀ ਵਧਿਆ ਹੋਇਆ ਹੈ। ਗਇਓ ਸੋ ਗੁਰ ਤਰਵਰ ਤਰ ਠਾਂਡੇ। ਜਿੱਥੇ ਸਤਿਗੁਰੂ ਮਹਾਰਾਜ ਇੱਕ ਰੁੱਖ ਦੇ ਹੇਠਾਂ ਵਿਰਾਜਮਾਨ ਸਨ, ਉੱਥੇ ਜਾ ਖੜਾ ਹੋਇਆ ਰਾਜਾ। ਪੀਠ ਕਰੇ ਭੂਪਤ ਕੀ ਓਰਾ। ਜਦੋਂ ਇਹ ਸ਼ਿਵਨਾਭ ਰਾਜਾ ਗਿਆ ਹੈ, ਮਹਾਰਾਜ ਨੇ ਥੋੜਾ ਇਹਦੀ ਪ੍ਰੀਖਿਆ ਕਰਨ ਵਾਸਤੇ
ਰਾਜੇ ਦੀ ਤਰਫ ਪੇਠੀ ਕਰ ਲਈ ਹੈ, ਜਿਹੜਾ ਮੁਖ ਜਿਹਾ ਫੇਰ ਲਿਆ ਹੈ। ਤਨਕ ਨਾ ਚਿਤਵਨ ਹਿਤ ਮੁਖ ਮੋਰਾ। ਥੋੜਾ ਮਾਤਰ ਵੀ ਇਹਨੂੰ ਦੇਖਣ ਵਾਸਤੇ ਗੁਰੂ ਸਾਹਿਬ ਨੇ ਮੁਖ ਭਵਾਇਆ ਹੀ ਨਹੀਂ ਹੈ, ਫੇਰਿਆ ਨਹੀਂ ਇਹਦੇ ਵੱਲ ਵੀ ਕੌਣ ਆਇਆ ਕੌਣ ਨਹੀਂ ਆਇਆ ਹੈ। ਦੀਨ ਡੰਡੋਤ ਭੂਪ ਬਿਦਨੀ ਕੀ। ਰਾਜੇ ਨੇ ਇਹ ਨਹੀਂ ਸੋਚਿਆ ਵੀ ਮੈਨੂੰ ਵੇਖ ਕੇ ਮੇਰਾ ਅਪਮਾਨ ਹੋ ਗਿਆ, ਚੰਗੀ ਤਰ੍ਹਾਂ ਸਗੋਂ ਡੰਡੇ ਵੱਧ ਹੋ ਕੇ ਕਰ ਡੰਡੌਤ ਪੁੰਨ ਵੱਡਾ ਹੈ। ਜਿਵੇਂ ਡੰਡਾ ਧਰਤੀ 'ਤੇ ਸੁੱਟ ਦੇਈਏ ਸਿੱਧਾ ਪਿਆ ਰਹਿੰਦਾ, ਡੰਡੇ ਵਾਂਗ ਸਿੱਧਾ ਹੋ ਕੇ ਮਹਾਰਾਜ ਨੇ ਚੰਗੀ ਤਰ੍ਹਾਂ ਨੇ ਨਮਸਕਾਰ ਕੀਤੀ ਹੈ। ਵਧੀ ਚਰਨ ਪਰ ਸ਼ਰਧਾ ਹੀ ਕੀ। ਵੀ ਮਹਾਰਾਜ ਨੇ ਮੁਖ ਘੁਮਾ ਲਿਆ ਹੈ, ਇਹ ਤੇ ਮਹਾਨ ਹੀ ਹੈ, ਨਹੀਂ ਤੇ ਕੋਈ ਆਇਆ ਹੋਵੇ ਨਾ ਤਗੜਾ, ਅੱਗੇ ਪਿੱਛੇ ਭੱਜੇ ਫਿਰਦੇ ਸਾਰੇ ਜਥੇਦਾਰ ਕੀ ਤੇ ਸੰਤ ਮਹੰਤ ਕੀ ਜਿਹੜੇ ਅਖਵਾਉਂਦੇ ਹੈ। ਇਹ ਸਮਝ ਗਿਆ ਰਾਜਾ ਵੀ ਮੈਨੂੰ ਵੇਖ ਕੇ ਮੁਖ ਫੇਰ ਲਿਆ, ਕੋਈ ਮਹਾਨ ਹੀ ਹੈ ਸੰਤ, ਨਹੀਂ ਤੇ ਰਾਜਿਆਂ ਪਿੱਛੇ ਲੋਕ ਤੁਰੇ ਫਿਰਦੇ ਹੈ। ਇਹ ਵੇਖ ਕੇ ਮਹਾਰਾਜ ਜੀ ਦਾ ਸੁਭਾਅ ਚਰਨਾਂ ਉੱਪਰ ਇਹਦੀ ਤੇ ਹਿਰਦੇ ਦੀ ਬਹੁਤ ਸ਼ਰਧਾ ਵਧੀ ਹੈ। ਬੰਦ ਹੱਥ ਹੋਇਓ ਪੁਨ ਠਾਂਡਾ। ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਫਿਰ ਐ ਸਾਵਧਾਨ ਹੋ ਕੇ ਖੜਾ ਹੋ ਗਿਆ ਹੈ। ਡੋਲਿਓ ਹਿਰਦੈ ਨਾ ਨਿਸ਼ਚਾ ਗਾਢਾ। ਨਿਸ਼ਚਾ ਐਸਾ ਗਾੜਾ ਹੋ ਗਿਆ, ਇੰਨਾ ਪੱਕਾ ਨਿਸ਼ਚਾ ਯਕੀਨ ਹੋ ਗਿਆ, ਫੇਰ ਨਹੀਂ ਕਹਿੰਦੇ ਹਿਰਦੇ ਵਿੱਚ ਡੋਲਿਆ ਏ ਰਾਜਾ ਸ਼ਿਵਨਾਭ। ਸ੍ਰੀ ਗੁਰਮੁਖ ਤੇ ਤੂਸਨ ਠਾਨੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਖ ਘੁਮਾਇਆ ਹੋਇਆ, ਦਿਲ ਵੇਖ ਹੀ ਨਹੀਂ ਰਹੇ, ਚੋਪੀ ਧਾਰਨ ਕੀਤੀ ਹੋਈ ਹੈ। ਕੱਛ ਨਾ ਭੂਪ ਸੰਗ ਬੋਲੇ ਬਾਣੀ। ਰਾਜੇ ਨਾਲ ਕੁਝ ਵੀ ਮਹਾਰਾਜ ਮੁਖੋਂ ਬਚਨ ਬਾਣੀ ਨਹੀਂ ਬੋਲੇ। ਜਬ ਇਉ ਬੀਤੇ ਜਾਮ ਅਡਾਈ। ਅਟਾਈ ਜਦੋਂ ਐਵੇਂ ਕਹਿੰਦੇ 2.5 ਪੈਰ ਬੀਤੇ ਐ, ਲੰਘੇ ਐ, 2.5 ਪੈਰ 3 ਘੰਟਿਆਂ ਦਾ ਇੱਕ ਪੈਰ ਹੁੰਦਾ ਹੈ। ਇਹ ਰਾਜੇ ਨੂੰ ਖੜਿਆਂ 7.5 ਘੰਟੇ ਲੰਘ ਗਏ ਹੈ। ਡੋਲਿਓ ਨਾ ਸੋਏ ਰਹਿਓ ਥਿਰ ਥਾਈ। ਫੇਰ ਵੀ ਕਹਿੰਦੇ ਰਾਜਾ ਡਾਵਾਂ ਡੋਲ ਨਹੀਂ ਹੋਇਆ, ਡਿੱਗੇ ਨਾ ਡੋਲੇ, ਡਾਵਾਂ ਡੋਲ ਨਹੀਂ ਹੋਇਆ ਤੇ ਉਸੇ ਇੱਕੇ ਥਾਂ ਤੇ ਹੱਥ ਜੋੜ ਕੇ ਸਾਵਧਾਨ ਹੋ ਕੇ ਖੜਾ ਹੀ ਰਿਹਾ ਰਾਜਾ। ਤਬ ਬੋਲੇ ਸ੍ਰੀ ਗੁਰੂ ਮੁਕੰਦਾ। ਮਹਾਰਾਜ ਜੀ ਦਾ ਇਸ ਤਰ੍ਹਾਂ ਦਾ ਸੁਭਾਅ ਸ਼ਰਧਾ ਵੇਖ ਕੇ ਮੁਕਤੀ ਦਾਤੇ ਮਹਾਰਾਜ ਬਚਨ ਬੋਲੇ ਹੈ ਭੂਪਤ ਤੁਝ ਕੁਸ਼ਲ ਆਨੰਦਾ। ਮਹਾਰਾਜ ਕਹਿਣ ਲੱਗੇ ਹਾਂ ਰਾਜੇ ਤੇਰੀ ਕੀ ਆਨੰਦ ਕੁਸ਼ਲ ਹੈ, ਕਿ ਤੂੰ ਰਾਜੀ ਖੁਸ਼ੀ ਹੈ, ਸਭ ਸੁਖ ਸਾਂਦ ਹੈ। ਕਹੋ ਆਪਣੀ ਮਨ ਅਬਲਾਖਾ। ਵੀ ਜਿਹੜੀ ਤੇਰੇ ਮਨ ਦੀ ਇੱਛਾ ਉਹ ਸਾਧੂ ਤੂੰ ਕਹਿ ਦੇ। ਖਰੋ ਹੋ ਨਾ ਜਾਂਤੇ ਪ੍ਰਾਨ ਰਾਖਾ। ਜਿਸ ਕਰਕੇ ਵੀ ਤੂੰ ਤੇ 7.5 ਘੰਟੇ 2.5 ਪੈਰ ਹੋ ਗਏ ਤੈਨੂੰ ਖੜਿਆਂ, ਤੂੰ ਤੇ ਖੜੇ ਹੋਣ ਦਾ ਪ੍ਰਾਣੀ ਰੱਖ ਲਿਆ ਹੈ ਵੀ ਮੈਂ ਖੜੇ ਰਹਿਣਾ ਜਿੰਨਾ ਚਿਰ ਮਹਾਰਾਜ ਨਾ ਮੈਨੂੰ ਬੁਲਾਉਣ। ਦੋਹਰਾ ਬੇਦੀ ਖੱਤਰੀ ਜਾਤ ਜੋ। ਇਹ ਗੁਰਬਾਣੀ 'ਚ ਹੀ ਬਚਨ ਆਉਂਦੇ ਆਪਣੇ ਗੁਰਸਿਓਂ ਹੋ ਸਾਵਧਾਨ। ਹੇ ਭਾਈ ਤੂੰ ਆਪਣੇ ਗੁਰੂ ਦੇ ਪਰਥਾਏ ਸਾਵਧਾਨ ਹੋ ਜਾ, ਖੜਾ ਹੋ ਜਾ ਚੰਗੀ ਤਰ੍ਹਾਂ। ਗੁਰੂ ਸਾਹਮਣੇ ਜਿਹੜੀਆਂ ਨਜ਼ਰਾਂ ਚਰਾਉਣੀਆਂ, ਜਿਵੇਂ ਕੱਲ੍ਹ ਬਚਨ ਆ ਵੀ ਨਾਮ ਉਦਰਾਏ, ਮਹਾਰਾਜ ਜਿਹੜੇ ਨਾਮ ਆਪਣਾ ਚਿੱਤ ਚਰਾਉਂਦੇ ਨਾ ਤੇਰੇ ਨਾਮ ਵੱਲੋਂ ਸਾਡੇ ਵਰਗੇ, ਉਹ ਚੋਰਾਂ ਸਿਰ ਵੱਡੇ ਚੋਰ ਹੈ। ਅਸਲੀ ਚੋਰ ਉਹੀ ਆ ਜਿਹੜੇ ਚੋਰੀ ਕਰਦੇ, ਉਹਦੇ ਚੋਰ ਹੈ ਹੀ ਹੈ। ਜਿਹੜੇ ਨਾਮ ਵੱਲੋਂ ਚਿੱਤ ਚਰਾਉਂਦੇ ਉਹ ਵੱਡੇ ਚੋਰ ਹੈ। ਇਹ ਰਾਜਾ ਹੁਣ ਚੋਰ ਨਹੀਂ ਹੈ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ 7.5 ਘੰਟੇ ਖੜਾ ਰਿਹਾ ਹੈ। ਦੋਹਰਾ ਬੇਦੀ ਖੱਤਰੀ ਜਾਤ ਜੋ। ਮਨ 'ਚ ਵਿਚਾਰਦਾ ਹੈ ਵੀ ਜੋ ਮੈਂ ਮਾਨਸੁਖ ਸ਼ਾਹ ਨੂੰ ਪੁੱਛਿਆ ਸੀ ਇਹਨਾਂ ਬਾਰੇ ਵੀ ਇਹਨਾਂ ਦੀ ਜਿਹੜੀ ਜਾਤ ਉਹ ਖੱਤਰੀਆਂ ਦੀ ਹੈ ਤੇ ਬੇਦੀ ਬੰਸ ਹੈ। ਨਾਨਕ ਨਾਮ ਅਨੂਪ। ਤੇ ਜਿਹੜਾ ਨਾਨਕ ਨਾਮ ਕਰਕੇ ਅਨੂਪ ਅਨੋਖਾ ਬੜਾ ਸੁੰਦਰ ਮਹਾਨ। ਮਨ ਸੁਖ ਕੋ ਬੂਝਨ ਕਰੀ। ਭਾਈ ਮਾਨਸੁਖ ਸ਼ਾਹ ਸ਼ਾਹੂਕਾਰ ਜਦੋਂ ਸੰਗਲਾ ਦੀਪ ਆਇਆ ਸੀ, ਉਹਨਾਂ ਨੇ ਪਹਿਲਾਂ ਹੀ ਪੁੱਛਣਾ ਕੀਤਾ ਸੀ ਮਹਾਰਾਜ ਬਾਰੇ। ਲਿਖ ਲੀਨੀ ਤਬ ਭੂਪ। ਤਦੋਂ ਰਾਜੇ ਨੇ ਸਾਰਾ ਕੁਝ ਹੀ ਲਿਖ ਲਿਆ ਸੀ ਵੀ ਤੂੰ ਮੈਨੂੰ ਦੱਸ ਦੇ ਵੀ ਗੁਰੂ ਨਾਨਕ ਸਾਹਿਬ ਦੀ ਜਾਤ ਕੀ ਹੈ।
ਉਹਨਾਂ ਦੀ ਬੰਸ ਗੋਤ ਕਿਹੜੀ ਹੈ, ਉਹਨਾਂ ਦਾ ਨਾਮ ਕੀ ਹੈ। ਚੌਪਈ ਤਿਨ ਬੂਝਨ ਕੇ ਹੇਤ ਪੁਵਾਲਾ। ਉਸ ਵੀ ਮਹਾਰਾਜ ਤੁਹਾਡਾ ਨਾਮ ਕੀ ਹੈ, ਤੁਹਾਡੀ ਜਾਤ ਕੀ ਹੈ, ਉਹਨੂੰ ਪੁੱਛਣ ਦੇ ਵਾਸਤੇ ਰਾਜਾ ਸ਼ਿਵਨਾਭ ਬੋਲਿਓ ਸੁਨਹੁ ਸੰਤ ਕਿਰਪਾਲਾ। ਬੋਲਿਆ ਵੀ ਇਹ ਦਿਆਲੂ ਕਿਰਪਾਲੂ ਸੰਤ ਜੀ ਮੇਰਾ ਬਚਨ ਸੁਣੋ। ਆਪਣਾ ਨਾਮ ਜਾਤ ਮੁਝ ਤਾਈ। ਤਾਂ ਮਹਾਰਾਜ ਜੋ ਤੁਹਾਡਾ ਆਪਣਾ ਨਾਮ ਹੈ ਵੀ ਤੁਹਾਡਾ ਨਾਮ ਕੀ ਹੈ ਉਹ ਵੀ ਮੇਰੇ ਤਾਈਂ ਦੱਸ ਦਿਓ, ਤੁਹਾਡੀ ਜਾਤ ਕੀ ਹੈ ਉਹ ਵੀ ਮੈਨੂੰ ਦੱਸ ਦਿਓ। ਨਿਜ ਕਰ ਕਰਨਾ ਦਿਓ ਸੁਨਾਈ। ਆਪਣੀ ਜਿਹੜੀ ਕਿਰਪਾ ਕਰਕੇ ਮੈਨੂੰ ਸੁਣਾ ਦਿਓ, ਤੁਹਾਡਾ ਨਾਮ ਕੀ ਹੈ, ਤੁਹਾਡੀ ਜਾਤ ਗੋਤ ਕੀ ਹੈ। ਮਨ ਅਬਲਾਖ ਕਹਾਂ ਸਭ ਪਾਸ਼ੇ। ਫਿਰ ਜਦੋਂ ਤੁਸੀਂ ਆਪਣਾ ਨਾਮ ਦੱਸ ਦਿਓਗੇ, ਆਪਣੀ ਗੋਤ ਦੱਸ ਦਿਓਗੇ, ਆਪਣੀ ਜਾਤ ਦੱਸ ਦਿਓਗੇ, ਫਿਰ ਪਿੱਛੋਂ ਮਹਾਰਾਜ ਜੋ ਮੇਰੇ ਮਨ ਦੀ ਇੱਛਾ ਉਹ ਮੈਂ ਕਹਿ ਦਿਆਂਗਾ। ਜਬ ਮੈਂ ਜਾਣ ਲਿਓ ਬਿਦ ਆਛੇ। ਜਦੋਂ ਮੈਂ ਚੰਗੀ ਤਰ੍ਹਾਂ ਤੁਹਾਡੇ ਸੰਬੰਧ ਵਿੱਚ ਜਾਣ ਲਵਾਂਗਾ। ਸੁਣ ਕਰ ਸ੍ਰੀ ਨਾਨਕ ਜਗ ਸਾਈ। ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਜਗਤ ਦੇ ਸਾਈਂ ਮਾਲਕ ਹੈ। ਸ੍ਰੀ ਮੁਖ ਸੋ ਸ਼ੁਭ ਗਿਰਾ ਅਲਾਈ। ਸੋਭਾ ਵਾਲੇ ਮੁਖ ਤੋਂ ਗੁਰੂ ਜੀ ਨੇ ਬਾਣੀ ਕਹੀ ਹੈ, ਬਾਣੀ ਵਿੱਚ ਬਚਨ ਉਚਾਰੇ ਹੈ, ਕਹੇ ਹੈ। ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ। ਇਹਨੇ ਕਿਹਾ ਹੈ ਨਾ ਕਿ ਮਹਾਰਾਜ ਤੁਹਾਡਾ ਨਾਮ ਕੀ ਹੈ, ਤੁਹਾਡੀ ਜਾਤੀ ਕੀ ਹੈ। ਤੇ ਇੱਥੇ ਜਿਹੜਾ ਸ਼ਬਦ ਮਾਰੂ ਮਹੱਲਾ ਪਹਿਲਾ ਵਿੱਚ ਆਉਂਦਾ ਹੈ, ਜੋਗੀ ਜੁਗਤ ਨਾਮ ਨਿਰਮਾਇਲ। ਇਹ ਸ਼ਬਦ ਦਾ ਜਦੋਂ ਅਰਥ ਕਰਨਾ ਹੈ ਇੱਥੋਂ ਰਹਾਉ ਦੀਆਂ ਪੰਕਤੀਆਂ ਤੋਂ ਲੈਣਾ ਹੈ, ਇੱਥੋਂ ਸ਼ੁੱਧ ਅਰਥ ਹੋਏਗਾ। ਜਿਵੇਂ ਰਾਗੀ ਸਾਹਿਬਾਨ ਜਦੋਂ ਕੀਰਤਨ ਕਰਦੇ ਉਹ ਰਹਾਉ ਦੀਆਂ ਪੰਕਤੀਆਂ ਤੋਂ ਸ਼ਬਦ ਸ਼ੁਰੂ ਕਰਦੇ ਆ, ਇਸੇ ਤਰ੍ਹਾਂ ਹੀ ਇਹ ਸ਼ਬਦ ਦੀ ਕਥਾ ਕਰਨ ਲਈ ਇੱਥੋਂ ਚੁੱਕਣਾ ਹੈ ਜੇ ਪ੍ਰਕਰਨ ਨੂੰ ਮੇਲਣਾ ਹੈ। ਜਿਵੇਂ ਪਿੱਛੇ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ, ਜਾਤੀ ਕੀ ਹੈ, ਤੇ ਗੁਰੂ ਸਾਹਿਬ ਜੀ ਬਚਨ ਕਹਿੰਦੇ ਹਨ। ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ। ਹੇ ਜਗਤ ਦੇ ਮਾਲਕ ਪਰਮੇਸ਼ਰ, ਤੇਰਾ ਕੀ ਨਾਮ ਹੈ, ਤੇਰੀ ਜਾਤੀ ਕਿਸ ਤਰ੍ਹਾਂ ਦੀ ਹੈ। ਭਾਵ ਤੇਰਾ ਹੈ ਮਾਲਕ ਪਰਮੇਸ਼ਰ, ਨਾ ਤੇ ਤੇਰਾ ਕੋਈ ਨਾਮ ਹੀ ਹੈ ਖਾਸ, ਨਾ ਤੇਰੀ ਕੋਈ ਜਾਤੀ ਹੀ ਹੈ। ਜਾਤਾ ਭੀਤਰ ਮਹਿਲ ਬੁਲਾਵਹਿ। ਜਿਸ ਜਦੋਂ ਮਹਾਰਾਜ ਤੂੰ ਆਪਣੇ ਸਰੂਪ ਰੂਪੀ ਮਹਿਲ ਵਿੱਚ ਬੁਲਾ ਲੈਂਦਾ ਹੈ। ਪੁੱਛੋ ਬਾਤ ਨਿਰੰਤੀ। ਨਿਰੰਤੀ ਇੱਕ ਰਸ, ਫਿਰ ਇੱਕ ਰਸ ਜਿਹੜੀ ਤੇਰੇ ਸਰੂਪ ਵਿੱਚ ਤੇਰੇ ਸਰੂਪ ਦੀ ਪ੍ਰਾਪਤੀ ਦੀ ਗੱਲ ਹੈ ਉਹ ਪੁੱਛਣੀ ਕਰਾਂ। ਅਭੇਦਤਾ ਕਰਨ ਰੂਪੀ ਜਿਹੜੀ ਗੱਲ ਹੈ ਉਹ ਮੈਂ ਤੈਨੂੰ ਗੱਲ ਪੁੱਛਣੀ ਕਰੀਏ। ਇੱਥੇ ਵੀ ਜਿਹੜਾ ਪੁੱਛਿਆ ਨਾ ਰਾਜੇ ਨੇ ਵੀ ਤੁਹਾਡਾ ਨਾਮ ਕੀ ਹੈ, ਜਾਤੀ ਹੈ, ਗੁਰੂ ਸਾਹਿਬ ਨੇ ਜਣਾ ਦਿੱਤਾ ਵੀ ਹੇ ਮਾਲਕ ਤੇਰਾ ਤੇ ਨਾ ਕੋਈ ਨਾਮ ਹੈ ਨਾ ਤੇਰੀ ਜਾਤੀ ਹੈ। ਭਾਵ ਅਸੀਂ ਉਹ ਪਰਮੇਸ਼ਰ ਹੀ ਹਾਂ, ਉਹ ਪਰਮਾਤਮਾ ਹੀ ਹੈ ਜੋ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ। ਜਿਹੜਾ ਚੱਕਰਾਂ ਚਿਹਨਾਂ ਤੋਂ ਬਾਹਰ ਆ, ਜਿਹਦੀ ਜਾਤ ਨਹੀਂ ਹੈ, ਪਾਤ ਨਹੀਂ ਹੈ, ਰੂਪ ਨਹੀਂ ਹੈ, ਰੰਗ ਨਹੀਂ ਹੈ, ਆਕਾਰ ਨਹੀਂ ਹੈ ਜਿਹਦਾ ਕੋਈ, ਤੇ ਜਿਹੜਾ ਨਾ ਜਾਤੈ ਨਾ ਪਾਤੈ ਨਾ ਤਾਤੈ ਨਾ ਮਾਤੈ, ਜਿਹਦੀ ਕੋਈ ਜਾਤ ਨਹੀਂ ਹੈ, ਪਾਤ ਨਹੀਂ ਹੈ, ਨਾ ਮਾਂ ਹੈ ਨਾ ਪਿਓ ਹੈ, ਉਹ ਕੌਣ? ਪਰਮੇਸ਼ਰ ਹੈ। ਪਰਮੇਸ਼ਰ ਦਾ ਕੋਈ ਨਾ ਖਾਸ ਨਾਮ ਹੈ, ਨਾ ਕੋਈ ਜਾਤ ਹੀ ਹੈ। ਗੁਰੂ ਸਾਹਿਬ ਨੇ ਜਣਾ ਦਿੱਤਾ ਵੀ ਸਾਡਾ ਨਾਂ ਦੇ ਕੋਈ ਨਾਮ ਹੈ, ਨਾ ਕੋਈ ਸਾਡੀ ਜਾਤੀ ਹੀ ਹੈ। ਚੌਪਈ ਰਹਾਉ। ਚੌਪਈ ਸਮਝ ਭੂਪ ਕਛ ਔਰੈ ਕ੍ਰੀਤੀ। ਰਾਜੇ ਨੇ ਜਦੋਂ ਮਹਾਰਾਜ ਨੇ ਇਸ ਤਰ੍ਹਾਂ ਕਿਹਾ, ਰਾਜੇ ਨੇ ਹੋਰ ਹੀ ਰੀਤੀ ਨਾਲ ਸਮਝਿਆ ਕਿ ਮਹਾਰਾਜ ਨੇ ਮੈਨੂੰ ਕੋਈ ਸਪਸ਼ਟ ਨਹੀਂ ਕਿਹਾ ਵੀ ਸਾਡੀ ਜਾਤੀ ਕੀ ਹੈ, ਨਾਮ ਕੀ। ਇਹਦੇ ਵਿੱਚ ਨਾ ਜਾਤੀ ਆਈ ਨਾ ਨਾਮ ਹੀ ਆਇਆ ਹੈ। ਬੋਲਿਓ ਬਾਹਰ ਬੂਝਨੇ ਪ੍ਰੀਤੀ। ਬੜੀ ਪ੍ਰੀਤੀ ਪ੍ਰੇਮ ਨੂੰ ਧਾਰ ਕੇ ਪੁੱਛਣ ਵਾਸਤੇ ਫਿਰ ਬੋਲਿਆ ਰਾਜਾ, ਜੋਗੀ ਰੂਪ ਆਪ ਕੋ ਹੈ। ਮਹਾਰਾਜ ਕੀ ਤੁਸੀਂ, ਤੁਹਾਡਾ ਸਰੂਪ ਜੋਗੀਆਂ ਵਾਲਾ ਹੈ, ਕੀ ਤੁਸੀਂ ਜੋਗੀ ਹੋ? ਅਸ ਸੁਨ ਪਉਨ ਸ੍ਰੀ ਨਾਨਕ ਕਹੈ। ਇਸ ਤਰ੍ਹਾਂ ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਰੂ ਰਾਗ ਦੇ ਵਿੱਚ ਫਿਰ ਸ਼ਬਦ ਦੇ ਵਿੱਚ ਬਚਨ ਕਹੇ ਹੈ। ਸ੍ਰੀ ਮੁਖ ਵਾਕ
ਮਾਰੂ ਮਹੱਲਾ ਪਹਿਲਾ। ਇੱਥੇ ਸੋਭਾ ਵਾਲੇ ਮੁਖ ਤੋਂ ਬਚਨ ਕਿ ਜੋ ਮਾਰੂ ਰਾਗ ਹੈ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਹਨ। ਜੋਗੀ ਜੁਗਤ ਨਾਮ ਨਿਰਮਾਇਲ। ਗੁਰੂ ਸਾਹਿਬ ਜੀ ਕਹਿਣ ਲੱਗੇ ਨੇ ਕਿਹਾ ਨਾ ਵੀ ਮਹਾਰਾਜ ਤੁਸੀਂ ਕੀ ਜੋਗੀ ਹੋ, ਕਿ ਤੁਸੀਂ ਜੋਗ ਨਾਲ ਸੰਬੰਧ ਰੱਖਦੇ ਹੋ। ਗੁਰੂ ਸਾਹਿਬ ਜੀ ਨੇ ਕਿਹਾ ਵੀ ਸਾਡੇ ਖਿਆਲ ਨਾਲ ਤੇ ਜੋਗੀ ਉਹ ਹੈ ਜਿਹੜਾ ਪਰਮੇਸ਼ਰ ਦਾ ਨਿਰਮਲ ਨਾਮ ਹੈ, ਉਜਲ ਨਾਮ ਹੈ, ਉਹਦੇ ਨਾਲ ਜੋ ਜੁੜਿਆ ਹੁੰਦਾ ਉਹਨੂੰ ਜੋਗੀ ਕਹੀਦਾ ਹੈ। ਉਹ ਜੋਗੀ ਨਹੀਂ ਹੈ ਵੀ ਜਿਹਨੇ ਡੰਡਾ ਹੱਥ ਵਿੱਚ ਰੱਖ ਲਿਆ, ਖਿੰਥਾ ਪਾ ਲਈ, ਝੋਲੀ ਰੱਖ ਲਈ, ਸਵਾਹ ਮਲ ਲਈ ਅਤੇ ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਹੱਥ ਵਿੱਚ ਠੂਠਾ ਫੜ ਲਿਆ ਅਤੇ ਮੰਗਦਾ ਫਿਰ ਉਹ ਜੋਗੀ ਨਹੀਂ ਹੈ। ਅਸਲ ਵਿੱਚ ਜੋਗੀ ਸਾਡੇ ਖਿਆਲਾਂ ਨਾਲ ਤੇ ਉਹ ਹੈ ਜਿਹਨੇ ਪਰਮੇਸ਼ਰ ਦਾ ਉਜਲ ਨਾਮ ਹਿਰਦੇ 'ਚ ਵਸਾ ਕੇ ਤੇ ਉਹ ਉਜਲ ਨਾਮ ਨਾਲ ਪਰਮੇਸ਼ਰ ਨਾਲ ਜੋ ਜੁੜਿਆ ਹੋਇਆ ਹੈ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨਾ ਹੋਈਏ। ਗੁਰੂ ਸਾਹਿਬ ਦੇ ਵੀ ਬਚਨ ਆਉਂਦੇ ਆ ਸੂਹੀ ਰਾਗ ਵਿੱਚ। ਤਾਕ ਮੈਲ ਨਾ ਰਾਤੀ। ਐਸੇ ਜੋਗੀ ਦੇ ਹਿਰਦੇ ਵਿੱਚ ਚਿੱਤ ਵਿੱਚ ਜਿਹੜੀ ਮੈਲ ਰਾਗ ਦਵੈਸ਼ ਦੀ ਉਹ ਰੱਤੀ ਬਹੁਤੀ ਕੀ ਰੱਤੀ ਭਰ ਥੋੜ੍ਹੀ ਮਾਤਰ ਵੀ ਨਹੀਂ ਹੈ। ਪਾਪਾਂ ਰੂਪੀ ਮੈਲ ਮਾਲ ਵਿਖੇਪ ਰੂਪੀ ਮੈਲ ਰੱਤੀ ਭਰਨੀ ਹੈ ਐਸੇ ਜੋਗੀ ਦੇ ਅੰਦਰ। ਪ੍ਰੀਤਮ ਨਾਥ ਸਦਾ ਸੱਚ ਸੰਗੇ। ਜੋ ਸੱਚਾ ਨਾਥ ਮਾਲਕ ਪ੍ਰੀਤਮ ਪਿਆਰਾ ਹੈ ਉਹ ਸਦਾ ਹੀ ਉਹਦੇ ਸੰਗ ਹੈ, ਨਾਲ ਹੈ। ਸਦਾ ਅੰਗ ਸੰਗੇ, ਸਦਾ ਅੰਗ ਸੰਗੇ। ਇਹ ਪਰਮੇਸ਼ਰ ਸਦਾ ਹੀ ਅੰਗ ਸੰਗੇ ਹੈ ਉਹਨਾਂ ਦੇ ਨਾਲ। ਜਨਮ ਮਰਨ ਗਤ ਬੀਤੀ। ਜੰਮਣ ਮਰਨ ਦੀ ਜਿਹੜੀ ਗਤ ਕਹੀਏ ਰੀਤੀ ਉਹਨਾਂ ਦੀ ਬੀਤ ਗਈ ਹੈ, ਲੰਘ ਗਈ ਹੈ। ਜੰਮਣ ਮਰਨ ਉਹਨਾਂ ਦਾ ਨਾਸ ਹੋ ਗਿਆ, ਉਹ ਅਸਲ ਜੋਗੀ ਕਹੀਦਾ ਐਸਾ। ਚੌਪਈ ਆਸ ਸੁਣ ਬੋਲਿਓ ਬਹੁਰ ਰਜਾਨਾ। ਇਸ ਤਰ੍ਹਾਂ ਜਦੋਂ ਆਪਾਂ ਇੱਥੇ ਅਰਥ ਕਰਾਂਗੇ ਸਹੀ ਪ੍ਰਕਰਨ ਵਿੱਚ ਅਰਥ ਲੱਗੇਗਾ। ਜੇ ਆਪਾਂ ਸਿੱਧਾ ਹੀ ਉਹ ਜੋਗੀ ਜੁਗਤ ਨਾਮ ਨਿਰਮਾਇਲ ਤੋਂ ਅਰਥ ਕਰਦੇ ਹਾਂ ਅਤੇ ਉਹ ਜਿਹੜੇ ਕੋਈ ਸੰਪਰਦਾ ਦੇ ਵਿੱਚੋਂ ਨਹੀਂ ਪੜ੍ਹੇ ਹੁੰਦੇ, ਮਹਾਂਪੁਰਸ਼ਾਂ ਪਾਸੋਂ ਨਹੀਂ ਸੰਥਿਆ ਕੀਤੀ, ਕੋਈ ਗਿਆਨ ਨਹੀਂ ਲਿਆ, ਉਹ ਫਿਰ ਅਰਥ ਇਵੇਂ ਕਰ ਲੈਂਦੇ, ਕਹਿੰਦੇ ਵੀ ਕਵੀ ਸਾਹਿਬ ਦਾ ਜਿਹੜਾ ਪ੍ਰਕਰਨ ਲਿਖਿਆ ਹੋਇਆ ਉਹ ਮਿਲਦਾ ਨਹੀਂ ਹੈ ਇਹ ਸ਼ਬਦ ਨਾਲ, ਉਲਟਾ ਪੁਲਟਾ ਅਰਥ ਹੋ ਜਾਂਦਾ। ਸਹੀ ਰੂਪ ਵਿੱਚ ਇਵੇਂ ਅਰਥ ਲੱਗਦਾ ਹੈ। ਆਸ ਸੁਣ ਬੋਲਿਓ ਬਹੁਰ ਰਜਾਨਾ। ਇਸ ਤਰ੍ਹਾਂ ਸੁਣ ਕੇ ਰਾਜਾ ਫਿਰ ਬੋਲਿਆ ਹੈ। ਸਮਝਤ ਕਛੂ ਆਨ ਤੇ ਆਨਾ। ਰਾਜਾ ਜਿਹੜਾ ਹੋਰ ਤੋਂ ਕੁਝ ਹੋਰ ਹੀ ਸਮਝ ਲੈਂਦਾ। ਗੁਰੂ ਸਾਹਿਬ ਜੀ ਤੇ ਹੋਰ ਕੁਝ ਕਹਿੰਦੇ ਹੈ, ਰਾਜਾ ਤੋਂ ਹੋਰ ਹੀ ਕੁਝ ਸਮਝ ਲੈਂਦਾ। ਸਮਝ ਨਹੀਂ ਪੈਂਦੀ ਵੀ ਗੁਰੂ ਸਾਹਿਬ ਜੀ ਕਹਿਣਾ ਕੀ ਚਾਹ ਰਹੇ ਹਨ। ਜੇ ਬ੍ਰਾਹਮਣ ਹੈ ਤੁਮਰੀ ਜਾਤੀ। ਕਹਿਣ ਲੱਗਾ ਮਹਾਰਾਜ ਕੀ ਤੁਹਾਡੀ ਜਾਤੀ ਜਿਹੜੀ ਜਾਤ ਉਹ ਬ੍ਰਾਹਮਣ ਹੈ। ਕਰੁਣਾ ਕਰ ਕਹੀਏ ਬਖਿਆਤੀ। ਆ ਕਿਰਪਾ ਕਰਕੇ ਪ੍ਰਗਟੀ ਜੇ ਤੁਹਾਡੀ ਜਾਤ ਬ੍ਰਾਹਮਣ ਹੈ ਤਾਂ ਕਹਿ ਦਈਏ, ਦੱਸ ਦਈਏ। ਬ੍ਰਾਹਮਣ ਬ੍ਰਹਮ ਗਿਆਨ ਇਸਨਾਨੀ। ਗੁਰੂ ਸਾਹਿਬ ਜੀ ਨੇ ਕਿਹਾ ਰਾਜਾ ਸਾਡੇ ਖਿਆਲਾਂ ਨਾਲ ਤੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਗਿਆਨ ਦੇ ਇਸ਼ਨਾਨੀ ਹੈ। ਬ੍ਰਹਮ ਗਿਆਨ ਦੇ ਜਲ ਰੂਪੀ ਬ੍ਰਹਮ ਗਿਆਨ ਦੇ ਜਲ ਦੇ ਨਾਲ ਜਿਹੜਾ ਇਸ਼ਨਾਨ ਕਰਦਾ ਉਹ ਬ੍ਰਾਹਮਣ ਹੈ। ਜੋ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਿਹਨੇ ਭਾਵ ਬ੍ਰਹਮ ਗਿਆਨ ਦੇ ਨਾਲ ਬ੍ਰਾਹਮਣ ਨੂੰ ਜਾਣਿਆ ਹੈ ਉਹ ਬ੍ਰਾਹਮਣ ਹੈ। ਅਸਲ ਸਾਡੇ ਖਿਆਲਾਂ ਨਾਲ ਬ੍ਰਹਮ ਜਣੰਤੀ ਇਤੀ ਬ੍ਰਾਹਮਣਾ, ਜਿਵੇਂ ਵੇਦ ਵਿੱਚ ਵੀ ਸੁਰਤੀ ਲਿਖੀ ਹੈ, ਜਿਹਨੇ ਬ੍ਰਾਹਮਣ ਨੂੰ ਜਾਣਿਆ ਉਹ ਬ੍ਰਾਹਮਣ ਹੈ। ਕਹਿਣ ਲੱਗੇ ਮਹਾਰਾਜ ਸਾਡੇ ਖਿਆਲਾਂ ਨਾਲ ਤੇ ਬ੍ਰਾਹਮਣ ਅਸਲ ਵਿੱਚ ਉਹ ਹੈ ਜਿਹੜਾ ਬ੍ਰਹਮ ਗਿਆਨ ਦੇ ਵਿੱਚ ਜੇ ਜਲ ਨਾਲ ਇਸ਼ਨਾਨ ਕਰਦਾ, ਇਸ਼ਨਾਨੀ ਹੈ। ਹਰ ਗੁਣ ਪੂਜੇ ਪਾਤੀ। ਜਿਹੜੇ ਹਰੀ ਪਰਮੇਸ਼ਰ ਦੇ ਗੁਣ ਇਹ ਪੱਤਰੇ ਹੈ ਇਹਦੇ ਨਾਲ ਜਿਹੜਾ ਪੂਜਾ ਕਰਦਾ ਹੈ। ਏਕੋ ਨਾਮ ਏਕ ਨਾਰਾਇਣ। ਇੱਕੋ ਨਾਮ ਨੂੰ ਸਿਮਰਦਾ ਹੈ। ਇੱਕ ਜੋ ਨਰਾਂ ਨਰਾਂ ਵਿੱਚ ਆਇਆ ਹੋਇਆ ਪਰਮੇਸ਼ਰ, ਜਿਹਦਾ ਨਰਾਂ ਨਰਾਂ ਵਿੱਚ ਘਰਾਂ ਘਰਾਂ ਵਿੱਚ ਜਿਹਦਾ ਵਾਸਾ ਹੈ, ਜਿਹੜਾ ਪਰਮੇਸ਼ਰ ਜਿਹਦਾ ਨਰ ਕਹੀਏ ਪਾਣੀ ਵਿੱਚ ਘਰ ਹੈ, ਨਾਰਾਇਣ
ਜਿਸਨੇ ਉਸ ਦਾ ਨਾਮ ਸਿਮਰਨਾ ਕੀਤਾ ਹੈ। ਤ੍ਰੇ ਭਵਨ ਏਕਾ ਜੋਤੀ, ਤੇ ਤਿੰਨਾਂ ਭਵਨਾਂ ਵਿੱਚ, ਤਿੰਨਾਂ ਲੋਕਾਂ ਵਿੱਚ ਇੱਕ ਪਰਮੇਸ਼ਰ ਦੀ ਜੋਤੀ ਨੂੰ ਜਿਹਨੇ ਜਾਣਿਆ ਹੈ ਵੀ ਉਹੀ ਸਭ ਥਾਂ ਵਰਤ ਰਿਹਾ, ਅਸਲ ਬ੍ਰਾਹਮਣ ਉਹ ਹੈ। ਚੌਪਈ ਸੁਨ ਕਰ ਐਸੇ ਬਚਨ ਅਨੁਪਾ, ਇਸ ਤਰ੍ਹਾਂ ਦੇ ਅਨੂਪਮ ਅਨੋਖੇ ਬਚਨ ਮਹਾਰਾਜ ਦੇ ਸੁਣ ਕਰਕੇ ਬਹਰੋ ਬੋਲਤ ਭਾ ਬਚ ਭੂਪਾ, ਇਹ ਸ਼ਿਵ ਨਾਭ ਰਾਜਾ ਫਿਰ ਬੋਲਣ ਲੱਗਾ ਹੈ। ਜਾਤ ਤੁਮਾਰੀ ਖਤਰੀ ਹੈ, ਇਹ ਸਮਝਦੇ ਪੈਂਦੀ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਨਾ ਆਪਣਾ ਜਾਤੀ ਦੱਸਦੇ, ਨਾ ਨਾਮ ਹੀ ਦੱਸਦੇ ਹੈ, ਜਿਹਦੇ ਕਰਕੇ ਫਿਰ ਸਵਾਲ ਕਰ ਦਿੰਦਾ ਹੈ, ਮਹਾਰਾਜ ਕੀ ਤੁਹਾਡੀ ਜਾਤ ਖੱਤਰੀ ਹੈ? ਸੁਣ ਇਉ ਕਮਲ ਨੈਣ ਪੁਨ ਕਹੈ, ਸੁਣ ਕੇ ਇਉਂ ਕਮਲ ਵਰਗੇ ਨੇਤਰਾਂ ਵਾਲੇ ਸਤਿਗੁਰ ਜੀ ਨੇ ਫਿਰ ਵਚਨ ਕਹੇ ਐ। ਜਿਹਬਾ ਡੰਡੀ ਇਹੋ ਘਟ ਸ਼ਾਬਾ, ਇਹਨੇ ਕਿਹਾ ਹੈ ਕਿ ਮਹਾਰਾਜ ਕੀ ਤੁਸੀਂ ਖੱਤਰੀ ਹੋ, ਭਾਵ ਬਾਣੀਏ ਜਾਂ ਖੱਤਰੀ ਹੋ? ਗੁਰੂ ਸਾਹਿਬ ਜੀ ਨੇ ਕਿਹਾ ਵੀ ਰਾਜਾ ਸ਼ਿਵਨਾਭ ਜਿਹੜੀ ਇਹ ਜ਼ੁਬਾਨ ਹੈ ਨਾ, ਰਸਨਾ, ਇਹ ਡੰਡੀ ਹੈ। ਤੱਕੜੀ ਵਿੱਚ ਜਿਵੇਂ ਡੰਡੀ ਹੁੰਦੀ ਆ, ਉਤੇ ਪਾਈ ਹੁੰਦੀ ਛਾਬਿਆਂ ਨੂੰ, ਪੱਲੜਿਆਂ ਨੂੰ, ਉਹ ਜਿਹੜੀ ਜਿਹਬਾ ਰਸਨਾ ਹੈ, ਸੱਚ ਬੋਲਣ ਰੂਪੀ ਰਸਨਾ ਹੈ, ਇਹ ਡੰਡੀ ਹੈ ਤੱਕੜੀ ਦੀ। ਤੇ ਇਹੋ ਘਟ ਛਾਬਾ, ਇਹ ਜਿਹੜਾ ਘਟ ਹੈ ਹਿਰਦਾ ਜਾਂ ਚਿੱਤ ਤੇ ਮਨ ਜਾਂ ਚਿੱਤ ਤੇ ਬੁੱਧ, ਇਹ ਦੋ ਇਸ ਤੱਕੜੀ ਦੇ ਪੱਲੜੇ ਹਨ। ਬੋਲੋ ਨਾਮ ਅਜਾਚੀ, ਜੋ ਮੰਗਣ ਤੋਂ ਰਹਿਤ ਹੈ ਉਹ ਕੌਣ ਹੈ? ਬਾਕੀ ਦੇ ਸਾਰੇ ਮੰਗਦੇ ਸੀ, ਭਾਵੇਂ ਕਿੰਨੇ ਵੀ ਰਾਜੇ ਹੋ ਜਾਈਏ। ਮੰਗਣ ਤੋਂ ਰਹਿਤ ਜੋ ਪਰਮੇਸ਼ਰ ਪਰਮਾਤਮਾ ਹੈ, ਉਹਦਾ ਜਿਹੜਾ ਨਾਮ, ਉਸ ਨੂੰ ਅਸੀਂ ਤੋਲਦੇ ਇਸ ਤੱਕੜੀ ਦੇ ਵਿੱਚ, ਉਸ ਨੂੰ ਵਿਚਾਰਦੇ ਹਾਂ। ਏਕੋ ਹਾਟ ਸਾਹੋ ਸਭਨਾ ਸਿਰ, ਇੱਕੋ ਹੀ ਸਾਧ ਸੰਗਤ ਰੂਪੀ ਹੱਟ ਦੁਕਾਨ ਹੈ, ਤੇ ਜੋ ਪਰਮੇਸ਼ਰ ਵਾਹਿਗੁਰੂ ਸਭਨਾ ਸਿਰਾਂ, ਸਾਰਿਆਂ ਤੋਂ ਸ਼੍ਰੋਮਣੀ, ਉਹ ਸ਼ਾਹੂਕਾਰ ਵੱਡਾ ਹੈ, ਮਹਾਨ ਹੈ। ਸ਼ਾਹੂਕਾਰ ਸਾਰਿਆਂ ਦੇ ਉੱਪਰ ਸਾਧ ਸੰਗਤ ਰੂਪੀ ਹੱਟ ਦੁਕਾਨ ਹੈ। ਮਨ ਜਾਰੇ ਇੱਕ ਭਾਤੀ, ਜਿਹੜੇ ਜਗਿਆਸੂ ਰੂਪ ਸਾਧ ਸੰਗਤ ਰੂਪੀ ਵਿੱਚ ਵਣਜਾਰੇ ਖਰੀਦਣ ਵਾਲੇ ਹੈ, ਇੱਕ ਹੀ ਤਰ੍ਹਾਂ ਦੇ ਸਾਰੇ, ਭਾਵ ਰੰਗ ਬਰੰਗੇ ਨਹੀਂ, ਇੱਕ ਹੀ ਤਰ੍ਹਾਂ ਦੇ ਸਾਰੇ ਨਿਸ਼ਕਾਮੀ ਹੈ। ਕੋਈ ਕਾਮਨਾ ਦੇ ਸਹਿਤ ਨਹੀਂ ਹੈ, ਕੋਈ ਕਾਮਨਾ ਵਾਲਾ ਨਹੀਂ ਹੈ, ਨਿਸ਼ਕਾਮੀ ਹੈ ਸਾਰੇ। ਐਸਾ ਉਹ ਖੱਤਰੀ ਹੁੰਦਾ ਹੈ, ਉਸ ਨੂੰ ਬਾਣੀਆਂ ਕਿਹਾ ਜਾਂਦਾ। ਸਾਡੇ ਖਿਆਲਾਂ ਨਾਲ ਚੌਪਈ ਤਦਪ ਨਾ ਨਿਸ਼ਚਾ ਭੂਪਤ ਆਵਾ, ਇੰਨੇ ਬਚਨ ਸੁਣ ਕੇ ਰਾਜ ਨੂੰ ਯਕੀਨ ਨਹੀਂ ਆਇਆ ਹੈ। ਮਨ ਕੇ ਵਿਖੈ ਅਧਿਕ ਅਕੁਲਾਵਾ, ਮਨ ਦੇ ਵਿੱਚ ਦੇ ਬਹੁਤ ਕਾਲਾ ਜਿਹਾ ਪੈ ਗਿਆ ਹੈ, ਘਬਰਾਹਟ ਜੀ ਹੋਈ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ, ਜਿਵੇਂ ਮਾਤਾ ਪਿਤਾ ਵੀ ਉਹ ਤਾਂ ਕਹਿੰਦੇ ਸੀ ਸਿੱਧੀ ਗੱਲ, ਗੁਰੂ ਨਾਨਕ ਸਾਹਿਬ ਬਾਣੀ ਉਚਾਰਿਆ ਕਰਦੇ ਅੱਗੋਂ, ਤੇ ਉਹ ਵੀ ਕਹਿੰਦੇ ਸਨ ਵੀ ਇਹ ਕੀ ਕਹਿੰਦੇ ਹੈ, ਸਮਝ ਨਹੀਂ ਆਉਂਦੀ, ਅਸੀਂ ਕੁਝ ਕਹਿੰਦੇ ਹਾਂ, ਇਹ ਅੱਗੋਂ ਕੁਝ ਕਹੀ ਜਾਂਦੇ ਆ। ਇਸੇ ਤਰ੍ਹਾਂ ਰਾਜੇ ਨੂੰ ਸਮਝ ਨਹੀਂ ਪੈ ਰਹੀ। ਇਹਨੇ ਤਾਂ ਇੰਨਾ ਹੀ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ, ਤੁਹਾਡੀ ਜਾਤੀ ਕੀ ਹੈ, ਤੁਸੀਂ ਮਹਾਰਾਜ ਤੁਹਾਡੀ ਵੰਸ਼ ਕੀ ਹੈ, ਗੋਤ ਕੀ ਹੈ? ਗੁਰੂ ਸਾਹਿਬ ਜੀ ਅੱਗੋਂ ਇਹਨੂੰ ਉਪਦੇਸ਼ ਕਰੀ ਜਾ ਰਹੇ, ਕਾਲਾ ਜਿਹਾ ਪਿਆ, ਸਮਝ ਨਹੀਂ ਆਈ ਹੈ ਕੁਝ। ਨਿਰਨੈ ਕਰ ਨਹਿ ਜਾਤ ਬਤਾਵੈ, ਕਹਿੰਦਾ ਵੀ ਇਹ ਜੋ ਸੰਤ ਹੈ ਨਿਰਣਾ ਕਰਕੇ ਆਪਣੀ ਜਾਤ ਦੱਸਦੇ ਨਹੀਂ ਵੀ ਕਿਸ ਜਾਤ ਵਿੱਚੋਂ ਹਨ। ਨਹਿ ਨਿਜ ਆਨਨ ਨਾਮ ਅਲਾਵੈ, ਨਾ ਹੀ ਆਪਣੇ ਮੁਖ ਤੋਂ ਆਪਣਾ ਨਾਮ ਹੀ ਦੱਸਦੇ ਵੀ ਸਾਡਾ ਨਾਮ ਕੀ ਹੈ। ਦੋਹਰਾ ਸਾਧ ਗ੍ਰਹਸਤੀ ਜਗਤ ਮੈਂ, ਫਿਰ ਕਹਿਣ ਲੱਗਾ ਹੈ ਮਹਾਰਾਜ, ਇਹ ਜਿਹੜੇ ਗ੍ਰਹਸਤੀ ਧਰਮ ਹੁੰਦਾ ਹੈ, ਗ੍ਰਹਸਥ ਪਰਿਵਾਰ ਵਿੱਚ ਰਹਿ ਕੇ ਵੀ ਕਈ ਸਾਧ ਹਨ, ਹੋਰ ਸੇ ਮੁਖੀ ਸੰਤ, ਹੋਰ ਵੀ ਜਿਹੜੇ ਚੰਗੀ ਅਕਲ ਮਤ ਵਾਲੇ, ਆਤਮ ਸ਼ੈਣੀ ਵਾਲੇ, ਬੁੱਧੀ ਵਾਲੇ ਹੋਰ ਵੀ ਸੰਤ ਹਨ, ਵਿਰਾਗੀ ਤਿਆਗੀ, ਜਿਹੜੇ ਆ ਸਾਧੂ ਬਰਕਤੀ ਤਿਆਗੀ ਰਹਿੰਦੇ ਹਨ। ਉਬੈ ਮਦ ਤੁਮ ਕੌਣ ਹੋ, ਤੁਸੀਂ ਭਲਾ ਸੰਤ ਜੀ ਕੌਣ ਹੋ? ਤੁਸੀਂ ਜਿਹੜੇ ਗ੍ਰਹਸਤੀ ਸਾਧ ਕੀ ਉਹ ਹੈ, ਤੇ ਜਾਂ ਤਿਆਗੀ ਬਰਕਤੀ ਸੰਤ ਹੋ? ਕਹੋ ਸੰਤ ਜੀ ਮੰਤ, ਇਹ ਸੰਤ ਜੀ ਆਪਣਾ ਜੋ ਮੰਤ ਸਿਧਾਂਤ ਹੈ, ਆਪਣਾ ਜੋ ਸਲਾਹ ਹੈ, ਆਪਣੀ ਜੋ ਤੁਹਾਡਾ
ਮੰਤ ਮਸ਼ਵਰਾ ਉਹ ਸਾਨੂੰ ਚੰਗੀ ਤਰ੍ਹਾਂ ਕਹੋ। ਦੋਵੈ ਸਿਰੇ ਸਤਿਗੁਰੂ ਨਿਬੇੜੇ। ਗੁਰੂ ਸਾਹਿਬ ਜੀ ਫਿਰ ਬਾਣੀ ਰੂਪ ਵਿੱਚ ਬਚਨ ਕਹਿਆ ਵੀ ਰਾਜਾ ਸਾਡੇ ਤੇ ਸਤਿਗੁਰੂ ਪਰਮੇਸ਼ਰ ਨੇ ਦੋਵੇਂ ਸਿਰੇ ਨਿਬੇੜੇ ਹੋਏ ਹੈ। ਭਾਵ ਇੱਕ ਤੇ ਜਿਵੇਂ ਗ੍ਰਹਿਸਥੀ ਲੋਕ ਕੰਮਾਂ ਧੰਦਿਆਂ ਵਿੱਚ ਖਚਿਤ ਹੁੰਦੇ ਆ, ਰਾਤ ਦਿਨ ਮਰੀ ਖਪੀ ਜਾਂਦੇ ਆ, ਮੋਹ ਦੇ ਮਾਰੇ ਹੁੰਦੇ ਆ, ਉਹਦੇ ਵਿੱਚ ਉਹ ਵੀ ਨਿਬੇੜੇ ਹੋਏ ਸਾਡੇ ਪਰਮੇਸ਼ਰ ਨੇ। ਫਿਰ ਜਿਵੇਂ ਕੋਈ ਬਰਕਤੀ ਸੰਤ ਹੋ ਜਾਂਦਾ, ਤਿਆਗੀ ਹੋ ਜਾਂਦਾ, ਉਹਨੂੰ ਇਹ ਗੱਲ ਦਾ ਹੰਕਾਰ ਹੁੰਦਾ ਵੀ ਮੈਂ ਬੜਾ ਤਿਆਗੀ ਹਾਂ, ਮੈਂ ਤੇ ਆਪਣਾ ਘਰ ਬਾਰ ਪਰਿਵਾਰ ਹੀ ਛੱਡ ਕੇ ਆ ਗਿਆ ਹਾਂ, ਉਹਨੂੰ ਹੰਕਾਰ ਮਾਰ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਸਾਨੂੰ ਤੇ ਸਾਡੇ ਤੇ ਪਰਮੇਸ਼ਰ ਨੇ ਦੋਵੇਂ ਸਿਰੇ ਨਿਬੇੜੇ ਹੋਏ ਹੈ। ਨਾ ਤੇ ਸਾਨੂੰ ਜਿਹੜਾ ਗ੍ਰਹਿਸਤੀਆਂ ਵਾਂ ਖਚਿਤ ਹੋਣਾ, ਮੋਹ ਮਮਤਾ ਵਿੱਚ ਮਰੀ ਖਪੀ ਜਾਣਾ, ਉਹ ਹੀ ਸਾਡੇ ਉੱਪਰ ਹੈ, ਉਹ ਵੀ ਸਾਡਾ ਨਿਬੇੜਿਆ ਹੋਇਆ ਪਰਮੇਸ਼ਰ ਨੇ। ਜਿਹੜਾ ਤਿਆਗੀ ਵਿਰਾਗੀ ਹੋ ਕੇ ਤੇ ਹੰਕਾਰੀ ਹੋਏ ਰਹਿਣਾ ਵੀ ਮੈਂ ਸੰਤ ਬੜਾ ਤਿਆਗੀ ਹਾਂ, ਇਹ ਵੀ ਪਰਮੇਸ਼ਰ ਨੇ ਦੋਵੇਂ ਸਿਰੇ ਨਿਬੇੜੇ ਹੋਏ ਹਨ, ਦੋਵਾਂ ਤੋਂ ਨਿਰਲੇਪ ਹਾਂ। ਸੋ ਬੂਝਾ ਜਿਸ ਏਕ ਲਿਵ ਲਾਗੀ। ਬਸ ਉਹੀਓ ਇਹਨਾਂ ਗੱਲਾਂ ਨੂੰ ਸਮਝਦਾ ਜਿਹਦੀ ਪਰਮੇਸ਼ਰ ਨਾਲ ਇੱਕ ਲਿਵ ਲੱਗੀ ਹੈ, ਮਨ ਦੀ ਬਿਰਤੀ ਟਿਕੀ ਹੋਈ ਹੈ। ਜੀਹੁ ਰਹਿ ਨਿਭਰਾਤੀ। ਉਹ ਜੀਵ ਆਪਣੇ ਹਿਰਦੇ ਵਿੱਚ ਜੀ ਵਿੱਚ ਸਦਾ ਹੀ ਭਰਮਾਂ ਤੋਂ ਰਹਿਤ ਰਹਿੰਦਾ। ਭਰਮ ਕੇ ਪਰਦੇ ਸਤਿਗੁਰ ਖੋਲੇ। ਸ਼ਬਦ ਵਸਾਏ ਭਰਮ ਚੁਕਾਏ। ਉਹਨਾਂ ਨੇ ਗੁਰੂ ਦਾ ਸ਼ਬਦ ਉਪਦੇਸ਼ ਵਸਾਇਆ ਹੋਇਆ ਹਿਰਦੇ ਵਿੱਚ, 5 ਪ੍ਰਕਾਰ ਦਾ ਭਰਮ ਚੁਕਾ ਦਿੱਤਾ, ਉਠਾ ਦਿੱਤਾ ਆਪਣੇ ਹਿਰਦੇ ਚੋਂ। ਸਦਾ ਸੇਵਕ ਦਿਨ ਰਾਤੀ। ਹਮੇਸ਼ਾ ਹੀ ਉਸ ਮਾਲਕ ਪਰਮੇਸ਼ਰ ਦੇ ਸੇਵਾ ਕਰਨ ਵਾਲੇ ਸੇਵਕ ਹੋ ਕੇ ਦਿਨ ਰਾਤ ਸੇਵਾ ਕਰਦੇ ਆ। ਉਠਤ ਬੈਠਤ ਸੋਵਤ ਨਾਮ। ਚੌਪਈ ਬਹੁ ਵਿਚਾਰ ਕਰ ਸੋਚਣ ਲੱਗਾ। ਮੁੜ ਇਹ ਰਾਜਾ ਜਿਹੜਾ ਵਿਚਾਰ ਕਰਕੇ ਸੋਚਣ ਲੱਗਾ ਹੈ। ਘੜੀ ਬਿਤਾ ਪੁਨ ਕਹ ਵਡ ਭਾਗਾ। ਇੱਕ ਜਿਹੜਾ ਘੜੀ ਹੈ ਚੁੱਪ ਹੀ ਰਿਹਾ ਰਾਜਾ, ਤੇ ਫਿਰ ਕਹਿਣ ਲੱਗਾ 24 ਮਿੰਟਾਂ ਬਾਅਦ, ਜੇ ਤੁਮ ਗੋਰਖ ਦੇਹ 부ਝਾਈ। ਐ ਸੰਤ ਜੀ ਜੇ ਤੁਸੀਂ ਗੋਰਖਨਾਥ ਹੋ ਤਾਂ ਵੀ ਸਾਨੂੰ ਸਮਝਾ ਦਿਓ, ਬੁਝਾ ਦਿਓ, ਦੱਸ ਦਿਓ ਜੀ। ਸੁਣ ਕਰ ਸਤਿਗੁਰ ਗਿਰਾ ਅਲਾਈ। ਸੁਣ ਕਰਕੇ ਸਤਿਗੁਰ ਜੀ ਨੇ ਬਾਣੀ ਕਹੀ ਹੈ। ਫਿਰ ਸ਼ਬਦ ਦਾ 5ਵਾਂ ਪਦਾ ਫਿਰ ਉਚਾਰਨ ਕਿਹਾ ਹੈ। ਉਪਰ ਗਗਨ ਗਗਨ ਪਰ ਗੋਰਖ। ਗੁਰੂ ਸਾਹਿਬ ਜੀ ਕਹਿਣ ਲੱਗੇ ਰਾਜਾ ਇਹ ਜਿਹੜੇ 5 ਤੱਤ ਹੈ ਨਾ, ਤੇ 5 ਤੱਤਾਂ ਤੋਂ ਥੱਲੜੇ 4 ਤੱਤ ਹੈ, ਅੱਗ, ਪਾਣੀ, ਹਵਾ ਤੇ ਜਲ। ਇਹ 4 ਤੱਤਾਂ ਉੱਪਰ ਗਗਨ ਆਕਾਸ਼ ਹੈ, ਤੇ ਆਕਾਸ਼ ਦੇ ਉੱਪਰ ਸੁਮੇਰ ਪਰਬਤ ਹੈ, ਸੁਮੇਰ ਪਰਬਤ ਉੱਪਰ ਗੋਰਖ ਰਹਿੰਦਾ ਹੈ। ਅੱਗੇ ਪੜ੍ਹ। ਤਾਕਾ ਅਗਮ ਗੁਰੂ ਪੁਨਵਾਸੀ। ਉਸ ਗੋਰਖਨਾਥ ਦਾ ਗੁਰੂ ਹੈ ਮਛਿੰਦਰਨਾਥ। ਮਛਿੰਦਰਨਾਥ ਦਾ ਵੀ ਜੋ ਗੁਰੂ ਹੈ ਅਚਲ ਪਰਮੇਸ਼ਰ। ਉਸ ਚੱਲ ਪਰਮੇਸ਼ਰ ਦੇ ਵਿੱਚ ਅਸੀਂ ਵਸਣ ਵਾਲੇ ਹਾਂ, ਭਾਵ ਉਹਦੇ ਵਿੱਚ ਮਿਲੇ ਹੋਏ ਹਾਂ। ਫੇਰ ਪੜੋ ਜੀ। ਉਪਰ ਗਗਨ ਗਗਨ ਪਰ ਗੋਰਖ। ਐ ਰਾਜਾ ਇਹ ਜੋ 84 ਲੱਖ ਜੂਨਾਂ ਦੇ ਉੱਪਰ ਮਨੁੱਖਾ ਦੇਹ ਰੂਪੀ ਗਗਨ ਆਕਾਸ਼ ਹੈ, ਉਸ ਮਨੁੱਖਾ ਦੇਹ ਰੂਪੀ ਆਕਾਸ਼ ਦੇ ਵਿੱਚ ਜਿਹੜਾ ਗਗਨ ਪਰ ਉੱਪਰ ਹੈ 10ਵਾਂ ਦਵਾਰ। 10ਵੇਂ ਦਵਾਰ ਦੇ ਵਿੱਚ ਜੋ ਗੋਰਖ, ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਚੇਤਨ ਬ੍ਰਹਮ ਹੈ। ਚੇਤਨ ਬ੍ਰਹਮ ਦੀ ਜਿਹੜੀ ਚੇਤਨ ਰੂਪੀ ਲਾਟ ਚਮਕ ਰਹੀ ਹੈ। ਤਾਕਾ ਅਗਮ ਗੁਰੂ ਪੁਨਵਾਸੀ। ਉਸ ਦਾ ਜੋ ਸਾਡਾ ਆਤਮ ਸਰੂਪ ਹੈ, ਤੇ ਉਹ ਉਸ ਵਿੱਚ ਜੋ ਗਮਤਾ ਤੋਂ ਰਹਿਤ ਪਰਮੇਸ਼ਰ ਹੈ, ਉਹਦੇ ਵਿੱਚ ਅਸੀਂ ਵਸਣ ਵਾਲੇ ਨਿਵਾਸੀ ਹਾਂ। ਫੇਰ ਪੜੋ ਜੀ। ਉਪਰ ਗਗਨ ਗਗਨ ਪਰ ਗੋਰਖ। ਹੇ ਰਾਜਾ ਸ਼ਿਵਨਾਭ, ਇਹ ਜੋ 5 ਤੱਤ ਹੈ, 5 ਤੱਤਾਂ ਜਿਹੜੇ 4 ਤੱਤ ਹੈ, ਇਹ 4 ਤੱਤਾਂ ਦੇ ਉੱਪਰ ਹੀ ਜਿਹੜਾ 5ਵਾਂ ਤੱਤ ਆਕਾਸ਼ ਹੈ, ਉਹ ਆਕਾਸ਼ ਦੇ ਉੱਪਰ ਹੈ ਬੈਕੁੰਠ। ਤੇ ਬੈਕੁੰਠ ਦੇ ਵਿੱਚ ਕੌਣ ਹੈ?
ਉਸ ਦੇ ਉੱਪਰ ਕੌਣ ਹੈ? ਗੋਰਖ ਕਹੀਏ ਵਿਸ਼ਨੂੰ, ਵਿਸ਼ਨੂੰ ਭਗਵਾਨ ਹੈ ਉਹ ਬੈਕੁੰਠ ਵਿੱਚ। ਤਾਕਾ ਅਗਮ ਗੁਰੂ ਪੁਨਵਾਸੀ, ਉਸ ਦਾ ਜੋ ਗੁਰੂ ਹੈ ਗਮਤਾ ਤੋਂ ਰਹਿ ਪਹੁੰਚ ਤੋਂ ਪਰੇ ਪਰਮੇਸ਼ਰ, ਉਸ ਪਰਮੇਸ਼ਰ ਦੇ ਅਸੀਂ ਵਾਸੀ ਹਾਂ, ਉਹਦੇ ਵਿੱਚ ਵਸਣ ਵਾਲੇ ਹਾਂ। ਭਾਵ ਉਸ ਦਾ ਹੀ ਸਰੂਪ ਹਾਂ, ਜੋ ਉਹਦੇ ਵਿੱਚ ਵਸਿਆ ਉਹਦਾ ਸਰੂਪ ਹੀ ਹੁੰਦਾ, ਉਹ ਪਰਮੇਸ਼ਰ ਰੂਪ ਹਾਂ। ਗੁਰ ਬਚਨੀ ਬਾਹਰ ਕਰ ਏਕੋ, ਗੁਰੂ ਦੇ ਬਚਨਾਂ ਕਰਕੇ ਅਸੀਂ ਐਸੀ ਸਫਲਤਾ ਪਾਈ ਹੈ। ਭਾਵੇਂ ਅਸੀਂ ਘਰ ਤੋਂ ਬਾਹਰ ਹੋਈਏ, ਭਾਵੇਂ ਘਰ ਵਿੱਚ ਹੋਈਏ, ਇੱਕੋ ਪਰਮੇਸ਼ਰ ਨੂੰ ਜਾਣਿਆ ਸਭ ਥਾਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਨਾਨਕ ਭਇਆ ਉਦਾਸੀ, ਜੋ ਇਹਨੇ ਸਵਾਲ ਕੀਤਾ ਸੀ ਨਾ ਕਿ ਮਹਾਰਾਜ ਤੋਂ ਤੁਹਾਡਾ ਨਾਮ ਕੀ ਹੈ, ਤੁਹਾਡੀ ਜਾਤੀ ਕੀ ਹੈ, ਇਹ ਤਿੰਨ ਅੱਖਰਾਂ ਵਿੱਚ ਹੀ ਗੁਰੂ ਜੀ ਨੇ ਉੱਤਰ ਦਿੱਤਾ ਹੈ। ਵੀ ਜਦੋਂ ਕਿਹਾ ਨਾ ਮਹਾਰਾਜ ਨੇ ਵੀ ਨਾਨਕ ਭਇਆ ਉਦਾਸੀ, ਵੀ ਨਾਨਕ ਸਾਡਾ ਨਾਮ ਹੈ, ਜਿਹੜਾ ਅਸੀਂ ਇਸ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਵੱਲੋਂ ਸਭ ਪਾਸੋਂ ਉਪਰਾਮ ਹੋਏ ਪਏ ਹਾਂ, ਇਹੀ ਸਾਡੀ ਜਾਤੀ ਹੈ। ਚੌਪਈ ਸੁਣੀ ਜਬ ਹੈ ਬਾਣੀ ਸੁਖ ਰਾਸੀ, ਜਦੋਂ ਰਾਜੇ ਨੇ ਸੁੱਖਾਂ ਦੇ ਵਿੱਚ ਸਾਰੇ ਸੁੱਖਾਂ ਦੀ ਪੂੰਜੀ ਬਾਣੀ ਸੁਣੀ ਹੈ। ਜਾਨਹੁ ਨਾਨਕ ਭਇਆ ਉਦਾਸੀ, ਤੇ ਰਾਜੇ ਨੇ ਜਾਣ ਲਾ ਮੈਸੀ ਸਾਡਾ ਨਾਮ ਨਾਨਕ ਹੈ, ਐਵੇਂ ਉਪਰਾਮ ਹੋਏ ਆ, ਉਦਾਸੀ ਹੋਏ ਆ। ਨਿਸ਼ਚਾ ਦ੍ਰਿੜ ਕੀਨੋ ਮਨ ਰਾਉ, ਉਹ ਜੋ ਨਾਨਕ ਭਇਆ ਉਦਾਸੀ ਸ਼ਬਦ ਕਿਹਾ ਰਾਜੇ ਨੂੰ ਸੁਣ ਕੇ ਜਾਣ ਲਿਆ ਵੀ ਇਹਨਾਂ ਦਾ ਨਾਮ ਨਾਨਕ ਹੈ। ਹਿਰਦੇ ਵਿੱਚ ਰਾਜੇ ਨੇ ਮਨ ਵਿੱਚ ਪੱਕਾ ਹੀ ਜਿਹੜਾ ਨਿਸ਼ਚਾ ਕਰ ਲਿਆ ਵੀ ਗੁਰੂ ਨਾਨਕ ਸਾਹਿਬ ਹੀ ਹਨ ਇਹ। ਬਹਰ ਨਾ ਕਬਹੂ ਭਇਓ ਡੁਲਾਉ, ਮੋੜੇ ਰਾਜਾ ਨਹੀਂ ਕਦੀ ਡਾਵਾਂ ਡੋਲ ਹੋਇਆ, ਆਪਣੇ ਮਨ ਨੂੰ ਡੁਲਾਇਆ ਨਹੀਂ ਹੈ ਸਤਿਗੁਰਾਂ ਵੱਲੋਂ। ਪ੍ਰੇਮ ਵਿਖਿਆ ਪੀ ਗਦ ਗਦ ਬਾਣੀ, ਪ੍ਰੇਮ ਦੇ ਵਿੱਚ ਇਹਦੀ ਜਿਹੜੀ ਬਾਣੀ ਹੈ ਕੰਠ ਗਦ ਗਦ ਹੋ ਗਿਆ, ਗਲਾ ਰੁਕ ਗਿਆ ਹੈ ਪ੍ਰੇਮ ਕਰਕੇ। ਪੰਤ ਬਿਨਾ ਉਸਤਤ ਪਦ ਸਾਨੀ, ਫਿਰ ਬੇਨਤੀਆਂ ਤੇ ਉਸਤਤੀ ਦੇ ਜਿਹੜੇ ਪਦ ਨਾਲ ਮਿਲੀ ਹੋਈ ਬਾਣੀ ਉਹ ਕਹਿਣ ਲੱਗਾ, ਜਨਮ ਧਨ ਵਡ ਭਾਗ ਹਮਾਰਾ, ਮਹਾਰਾਜ ਮੇਰਾ ਤੇ ਜਨਮ ਵੀ ਧਨਤਾ ਜੋਗ ਹੈ, ਮੈਂ ਤੇ ਵੱਡਿਆਂ ਭਾਗਾਂ ਵਾਲਾ ਵਾਂ ਸੱਚਿਆ ਪਾਤਸ਼ਾਹ। ਜਾਤੇ ਦਰਸ਼ਨ ਭਇਓ ਤੁਮਾਰਾ, ਇਸੇ ਕਰਕੇ ਤੇ ਤੁਹਾਡਾ ਦਰਸ਼ਨ ਹੋਇਆ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਇਹ। ਮਨ ਮੇਰੇ ਕੀ ਜਾਨਹੁ ਸੁਆਮੀ, ਇਹ ਸਭ ਦੇ ਸੁਆਮੀ ਮਾਲਕ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਮੇਰੇ ਮਨ ਦੀ ਤੁਸੀਂ ਜਾਣਦੇ ਹੀ ਹੋ। ਬਨਾ ਨਾ ਕਬ ਬਨਾ ਨਾ ਕਹਬੋ ਅੰਤਰ ਜਾਮੀ, ਮੇਰੇ ਦੇ ਸੱਚੇ ਪਾਤਸ਼ਾਹ ਮਨ ਦੀ ਤੁਸੀਂ ਜਾਣਦੇ ਹੀ ਹੋ ਵੀ ਮੈਂ ਕੌਣ ਹੈ, ਮੈਂ ਕੀ ਤੁਹਾਨੂੰ ਦੱਸਣਾ ਵੀ ਮੈਂ ਕੌਣ ਹਾਂ, ਤੁਸੀਂ ਦੇ ਅੰਤਰਜਾਮੀ ਸਭ ਜਾਣਦੇ ਹੀ ਹੋ। ਆ ਕਿਸੇ ਤਰ੍ਹਾਂ ਅੰਤਰਜਾਮੀ ਮਹਾਰਾਜ ਮੇਰਾ ਕਹਿਣਾ ਤੇ ਬਣਦਾ ਹੀ ਨਹੀਂ ਵੀ ਮੈਂ ਕੌਣ ਹਾਂ। ਅਸ ਨਾ ਮਨੀਖਾ ਤੁਮੈ ਪਛਾਨੋ, ਐਸੀ ਮੇਰੀ ਬੁੱਧੀ ਵੀ ਨਹੀਂ ਹੈ ਵੀ ਜਿਹੜੀ ਤੁਹਾਨੂੰ ਪਛਾਣ ਜਾਵੇ ਵੀ ਤੁਸੀਂ ਗੁਰੂ ਨਾਨਕ ਸਾਹਿਬ ਹੀ ਹੋ। ਅਸੀਂ ਤੇ ਗੁਰੂ ਮਹਾਰਾਜ ਥੋੜੀ ਬੁੱਧੀ ਵਾਲੇ ਆ, ਅਕਲ ਨਹੀਂ ਹੈ ਸਾਨੂੰ ਪੂਰੀ। ਰਸਨਾ ਸਖਤ ਨਾਨ ਤਹ ਬਖਾਨੋ, ਇਹ ਜਿਹੜੀ ਰਸਨਾ ਹੈ ਜ਼ੁਬਾਨ ਹੈ ਇਹਦੀ ਵਿੱਚ ਸ਼ਕਤੀ ਨਹੀਂ ਹੈ ਵੀ ਤੁਹਾਡੀ ਮੈਂ ਉਸਤਤ ਕਹਿ ਸਕਾਂ। ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆ, ਕਹਿ ਅੱਗੇ ਪੜ੍ਹ। ਕਹਿ ਇਉ ਤੀਨ ਪ੍ਰਦਖਣ ਦੀਨੀ, ਇਉਂ ਕਹਿ ਕੇ ਮਹਾਰਾਜ ਜੀ ਦੀਆਂ ਨੇ 3 ਪ੍ਰਦਖਣਾ ਕੀਤੀਆਂ। ਗੁਰਮਤ ਵਿੱਚ 5 ਪ੍ਰਦਖਣਾ ਕਰਨ ਦਾ ਹੀ ਵਿਧਾਨ ਹੈ ਭਾਈ। ਚਰਨ ਕਮਲ ਪਰ ਬੰਦਨ ਕੀਨੀ, ਗੁਰੂ ਜੀ ਦੇ ਚਰਨ ਕਮਲਾਂ ਉੱਪਰ ਇਹਨੇ ਨਮਸਕਾਰ ਵੀ ਕੀਤੀ ਹੈ। ਸਰਬ ਭਾਂਤ ਮੁਝ ਦਾਸ ਜਨੀਜਾ, ਸਤਿਗੁਰੂ ਜੀ ਸਾਰੀ ਤਰ੍ਹਾਂ ਨਾਲ ਸਭ ਤਰ੍ਹਾਂ ਨਾਲ ਮੈਨੂੰ ਆਪਣਾ ਦਾਸ ਹੀ ਜਾਣੀਏ, ਮੈਂ ਰਾਜਾ ਨਹੀਂ ਹਾਂ। ਚੱਲ ਕਰ ਭਵਨ ਪੁਨੀਤ ਕਰੀਜਾ, ਆ ਚੱਲ ਕਰਕੇ ਮੇਰਾ ਜਿਹੜਾ ਮੈਲ ਹੈ ਗਰੀਬ ਦੀ ਕੁੱਲੀ ਉਹਨੂੰ ਪਵਿੱਤਰ ਕਰੀਏ। ਪੂਰਬ ਧਰਮਸਾਲ ਬਨਵਾਵੋ, ਗੁਰੂ ਸਾਹਿਬ ਜੀ ਕਹਿਣ ਲੱਗੇ ਆ ਰਾਜਾ ਅਸੀਂ ਫਿਰ ਜਾਵਾਂਗੇ, ਪਹਿਲਾਂ ਸਾਡੇ ਜਾਣ ਤੋਂ ਜਿਹੜੀ ਧਰਮ ਦੀ ਜਗ੍ਹਾ ਜਿੱਥੇ ਧਰਮ ਦਾ ਪ੍ਰਚਾਰ ਹੁੰਦਾ ਉਹ ਤੂੰ ਬਣਾ ਲੈ। ਬਹਰ ਆਏ ਹਮ ਕੋ ਲੈ ਜਾਵੋ, ਜਦੋਂ ਧਰਮ ਦੀ ਜਗ੍ਹਾ ਸਤਸੰਗ ਦੀ ਜਗ੍ਹਾ ਤਿਆਰ ਹੋ ਜਾਵੇਗੀ
ਮੁੜ ਆ ਕੇ ਸਾਨੂੰ ਤੂੰ ਲੈ ਜਾਵੀਂ ਇੱਥੋਂ। ਸੁਨ ਕਰ ਭੂਪਤ ਸਦਨ ਸਿਧਾਇਓ। ਸੁਣ ਕਰਕੇ ਰਾਜਾ ਆਪਣੇ ਘਰ ਨੂੰ ਚਲਾ ਗਿਆ। ਕਹਿਓ ਜੋ ਗੁਰ ਸੋ ਆਰੰਭ ਕਰਾਇਓ। ਜੋ ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਰਾਜਾ ਤੂੰ ਜਾ ਕੇ ਆਰੰਭ ਕਰਾ ਧਰਮਸ਼ਾਲ ਦੀ ਜਗ੍ਹਾ। ਹੁਣ ਇਹ ਰਾਜਾ ਹੈ, ਕੋਈ ਸਮਾਂ ਕਦਾ ਲੱਗਣਾ ਹੈ। ਉਸੇ ਵੇਲੇ ਨੇ ਧਰਮਸਾਲ ਜੋ ਧਰਮ ਦੀ ਜਗ੍ਹਾ ਜਿੱਥੇ ਸਤਸੰਗ ਹੋ ਸਕੇ, ਪਰਮੇਸ਼ਰ ਦਾ ਨਾਮ ਜਪਿਆ ਜਾ ਸਕੇ, ਇਹਨੇ ਆਰੰਭ ਕਰਵਾ ਦਿੱਤੀ ਹੈ ਰਾਜੇ ਨੇ। ਤੇ ਸਤਿਗੁਰੂ ਜੀ ਨੇ ਤੇ ਕਿਰਪਾ ਕੀਤੀ ਹੈ। ਪੂਰੇ ਗੁਰਾਂ ਦੀ ਨਿਸ਼ਾਨੀ ਹੈ ਵੀ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਗੁਰੂ ਪੂਰੇ ਕਿਰਪਾ ਹੀ ਕਰਦੇ ਹੈ। ਸ਼ਾਂਤੀ ਬਖਸ਼ ਦਿੱਤੀ ਹੈ ਉਹਨਾਂ ਪਦਮਣੀਆਂ ਇਸਤਰੀਆਂ ਨੂੰ ਵੀ ਜਿਹੜੀਆਂ ਕਾਮ ਦੇ ਨਾਲ ਵਿਆਕਲ ਸਨ। ਗੁਰੂ ਸਾਹਿਬ ਜੀ ਤੇ ਇਹੋ ਜਿਹੇ ਹੀ ਹੈ ਵੀ ਠਾੜ ਪਾਈ ਕਰਤਾਰੇ ਤਾਬ ਛੋੜ ਗਿਆ ਪਰਵਾਰੇ। ਗੁਰ ਪੂਰੇ ਹੈ ਰਾਖੀ ਸਰਨ ਸੱਚੇ ਕੀ ਤਾਕੀ। ਸਰਨ ਸੱਚੇ ਪਰਮੇਸ਼ਰ ਦੀ ਜਿਨ੍ਹਾਂ ਨੇ ਤੱਕੀ ਉਹਨਾਂ ਦੀ ਇੱਜ਼ਤ ਪੱਤ ਰੱਖੀ ਹੈ ਗੁਰੂ ਸਾਹਿਬ ਜੀ ਨੇ। ਇਹ ਜਿਹੜਾ ਪ੍ਰਸੰਗ ਇੱਥੇ ਸੰਪੂਰਨ ਹੋਇਆ ਹੈ। ਜਿਵੇਂ ਗੁਰੂ ਮਹਾਰਾਜ ਆ ਕੇ ਯੋਗ ਮਤ ਦੇ ਸਿਧਾਂਤ ਵਾਲਾ ਉਪਦੇਸ਼ ਸ਼ਿਵ ਨਾਮ ਰਾਜੇ ਨੂੰ ਸਰਵਣ ਕਰਾਉਣਗੇ, ਉਹ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਆਉਣ ਵਾਲੇ ਦੀਵਾਨਾਂ ਵਿੱਚ ਕੱਲ੍ਹ ਜੋ ਮਹਾਨ 1984 ਦਾ ਸ਼ਹੀਦੀ ਘੱਲੂਘਾਰਾ ਹੈ, ਖੂਨੀ ਘੱਲੂਘਾਰਾ ਗੁਰੂ ਖਾਲਸੇ ਦੇ ਗੁਰੂ ਕੇ ਸਿੱਖਾਂ 'ਤੇ ਹੋਇਆ, ਉਹਦੇ ਸੰਬੰਧ ਵਿੱਚ ਆਪਾਂ ਜਿੰਨੇ ਗੁਰੂ ਮਹਾਰਾਜ ਸਮੱਤ ਬਖਸ਼ਣਗੇ ਉਹ ਆਪਾਂ ਵਿਚਾਰ ਕਰਾਂਗੇ। ਉਂਝ ਤੇ 1 ਤਰੀਕ ਤੋਂ ਹੀ ਬਣਦਾ ਸੀ, ਪਰ ਇਹ ਕਥਾ ਦੇ ਕਰਕੇ ਆਪਾਂ ਉਹ ਕਥਾ ਜਿਹੜੀ ਕੀਤੀ ਨਹੀਂ ਸੀ, ਕਿਉਂਕਿ ਇਹ ਕਥਾ ਜਿਹੜੀ ਫਿਰ ਇਹਦੇ ਵਿੱਚ ਉਹ ਦੂਸਰੀ ਕਥਾ ਆ ਜਾਂਦੀ ਹੈ। ਉਹਦੇ ਸੰਬੰਧ ਵਿੱਚ ਆਪਾਂ ਉਹ ਕਥਾ ਕੀਤੀ ਨਹੀਂ ਸੀ। ਕੱਲ੍ਹ ਜਿੰਨਾ ਮਹਾਰਾਜ ਸਮਾਂ ਬਖਸ਼ਣਗੇ ਉਹਦੇ ਨਾਲ ਆਪਾਂ ਰਲ ਮਿਲ ਕੇ ਉਹ 1984 ਘੱਲੂਘਾਰੇ ਦੀ ਵਿਚਾਰ ਵਟਾਂਦਰਾ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੰਗਲਾ ਦੀਪ ਪ੍ਰਸੰਗ ਵਰਣਨ ਨਾਮ 47ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 47 ਅਧਿਆਏ ਸਮਾਪਤ ਹੋਏ। ਜਿਵੇਂ ਸਤਿਗੁਰੂ ਜੀ ਨੇ ਸੰਗਲਾ ਦੀਪ ਵਿੱਚ ਜਾ ਕੇ ਸ਼ਿਵ ਨਾਗਰਾਜ ਨੂੰ ਦਰਸ਼ਨ ਦਿੱਤੇ ਤੇ ਅੱਗੇ ਉਪਦੇਸ਼ ਕੀਤਾ, ਹੋ ਅੱਗੇ ਪ੍ਰਸੰਗ ਆਵੇਗਾ। ਹੁਣ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਪੂਰਬ ਧਰਮਸਾਲ ਬਨਵਾਵਹੁ ਬਹਰ ਆਏ ਹਮ ਕੋ ਲੈ ਜਾਵਹੁ। ਸੁਨ ਕਰ ਭੂਪਤ ਸਦਨ ਸਿਧਾਇਓ। ਕਹਿਓ ਜੋ ਗੁਰ ਸੋ ਆਰੰਭ ਕਰਾਇਓ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੰਗਲਾ ਦੀਪ ਪ੍ਰਸੰਗ ਵਰਣਨ ਨਾਮ 47ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।